स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 दे एग्जिट 323 ऑपोजिट फ्लाइंग जे ट्रक शॉप जिथे ट्रकों की हर तरह की तसल्ली बख्श मुरम्मत की जाती है। इस दे नाल ही पार्किंग ते ऑफिस स्पेस भी है उपलब्ध। पूरी रात हफ्तावार या महीनावार पार्किंग अते ट्रक रिपेयर लई जरूर आओ। वधेरे जानकारी लई संपर्क करो 6812600050। सो रेडियो पंजाब टुडे ਦੇ ਪ੍ਰੋਗਰਾਮ ਸ਼ਾਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੇ ਸਾਰੇ ਟਰੱਕਰ ਵੀਰ ਜਿਹੜੇ ਵਰਜੀਨੀਆ ਵੱਲ ਨੂੰ ਜਾਂਦੇ ਨੇ, ਖਾਸ ਕਰਕੇ ਰੀਫਰ ਵੈਨਸ ਜਿਹੜੇ ਲੈ ਦਾ ਹੈਗਾ ਜੀ, ਉਹ ਮਾਲਵਾ ਟਰੱਕ ਲਾਈਨ ਟ੍ਰੇਲਰ ਰਿਪੇਅਰ ਦਾ ਨੰਬਰ ਜਿਹੜਾ ਹੈ 8043728800 ਜਿਹੜਾ ਤੁਸੀਂ ਨੋਟ ਕਰਕੇ ਰੱਖੋ। ਰੀਫਰ ਦੀ ਕਿਸੇ ਤਰ੍ਹਾਂ ਦੀ ਵੀ ਰਿਪੇਅਰ ਕਰਾਉਣੀ ਹੈ, ਯੂਨਿਟ ਦੀ ਹੈ, ਗੈਸ ਰੀਫਿਲ ਹੈ ਜਾਂ ਕੋਈ ਹੋਰ ਹੈ। ਇਸ ਤੋਂ ਇਲਾਵਾ ਐਡਵਾਂਸ ਮਸ਼ੀਨਾਂ ਦੇ ਨਾਲ ਟਾਇਰ ਬੈਲੈਂਸਿੰਗ, ਐਕਸਲ ਅਲਾਈਨਮੈਂਟ ਜਾਂ ਡੈਫ ਕਲੀਨਿੰਗ ਕਰਾਉਣੀ ਹੈ ਤਾਂ 10224 ਰੈਜ਼ੀਡੈਂਸੀ ਰੋਡ ਮਨਾਸਸ ਹਾਈਵੇ 66 ਤੇ ਤੁਸੀਂ ਜਾ ਸਕਦੇ ਹੋ। ਰੇਡੀਓ ਪੰਜਾਬ ਟੁਡੇ ਦਾ ਹਵਾਲਾ ਦਿਓਗੇ, ਤੁਹਾਡਾ ਅੱਛਾ ਆਦਰ ਮਾਨ ਸਤਿਕਾਰ ਵੀ ਕੀਤਾ ਜਾਏਗਾ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ ਤਮਾਮ ਕੰਮਾਂ ਦੇ ਲਈ ਜਾ ਸਕਦੇ ਹੋ। ਯੂਜ਼ ਤੇ ਬ੍ਰਾਂਡ ਨੂੰ ਟਾਇਰ ਵੀ ਮਿਲਦੇ ਨੇ। ਪਰਮ ਜਾਂ ਜੱਸੀ ਨੂੰ 3179797205 ਜਾਂ 6162045818 ਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਹੈ ਜੀ 1315 ਵੈਸਟਰਨ ਹਨਾ ਐਵਨਿਊ, ਇੰਡੀਅਨੈਪੋਲਿਸ ਦੇ ਵਿੱਚ। ਹਰ ਤਰ੍ਹਾਂ ਦੇ ਅਕਾਊਂਟਸ, ਬੁੱਕ ਕੀਪਿੰਗ ਤੇ ਪਰਸਨਲ ਟੈਕਸਿਸ ਦੇ ਲਈ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਲੋਕੇਸ਼ਨ ਇਹਨਾਂ ਦੀ 24915 104 ਐਵਨਿਊ, ਕੈਂਟ, ਵਾਸ਼ਿੰਗਟਨ ਦੇ ਵਿੱਚ ਹੈ ਜੀ। ਹਰ ਤਰ੍ਹਾਂ ਦੀ ਦਵਾਈ ਜਾਂ ਬਿਮਾਰੀ ਦਾ ਇਲਾਜ ਦੇ ਲਈ ਤੁਸੀਂ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ 408 737 7100 ਦੇ ਉੱਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਤੁਹਾਡੀ ਦਵਾਈ ਕੋਰੀਅਰ ਰਾਹੀਂ ਤੁਹਾਡੇ ਘਰ ਪੁੱਜਦੀ ਵੀ ਕਰਦੇ ਨੇ। ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਜਾਂ ਐਡੀਸ਼ਨ ਕਰਾਉਣੀ ਹੈ ਤਾਂ ਤੁਸੀਂ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ 'ਚ ਓਨਰ, ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਤੁਸੀਂ ਪੰਜਾਬੀ 'ਚ ਡਿਸਪੈਚ ਕਰਦੇ ਨੇ ਗੁਰਿੰਦਰ ਧਾਲੀਵਾਲ ਹੋਰਾਂ ਦੇ ਨਾਲ 206 354 40 60 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਖਬਰਾਂ ਬੜੀਆਂ ਹੈਗੀਆਂ। CM ਤੇ ਗਵਰਨਰ ਦੀ ਟਕਰਾਓ ਦੀ ਵੀ ਗੱਲ ਕਰਨੀ ਹੈ ਤੇ ਪੰਜਾਬ ਦੇ ਵਿੱਚ ਧਰਨਿਆਂ ਦਾ ਦੌਰ ਬੜਾ ਸਿਖਰਾਂ 'ਤੇ ਹੈ। ਪਰ ਗੱਲ ਕਰਦੇ ਹਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ। ਤੁਹਾਨੂੰ ਇੱਕ ਵਾਰੀ ਯਾਦ ਹੋਏਗਾ ਕਿ ਇਹ ਫਰੀਦਕੋਟ ਦੇ DC ਨਾਲ ਵੀ ਪਿੱਛੇ ਜੇ ਜਦੋਂ ਕੈਪਟਨ ਗੌਰਮੈਂਟ ਸੀ, ਖੈਬੜ ਪਏ ਸੀ ਜੀ, ਤੇ ਖੈਬੜੇ ਵੀ ਇੰਨੇ ਕੁ ਤਕੜੇ ਕਿ ਉਹ ਵੀਡੀਓ ਬੜੀ ਵਾਇਰਲ ਹੋਈ ਤੇ ਇਹਨਾਂ ਦੇ ਤਖੱਲਸ ਦੇ ਨਾਲ ਹੀ ਲੋਕ ਪਿਆਰ ਨਾਲ ਵੀ, ਚੌੜ ਨਾਲ ਵੀ ਕਹਿ ਦਿੰਦੇ I am ਗੌਰਮੈਂਟ ਜੀ। ਹੁਣ ਸਪੀਕਰ ਨੇ ਜੀ ਕਹਿੰਦੇ SSP ਨਾਲ ਵੀ ਫਿਰ ਉਹੀ ਕੰਮ ਹੋ ਗਿਆ। ਦੇਖੋ, ਮੈਂ ਥੋੜ੍ਹੀ ਜਿਹੀ ਦਰੁਸਤੀ ਕਰਦੇ ਹਾਂ। ਅਸਲ ਦੇ ਵਿੱਚ ਡਿਪਟੀ ਕਮਿਸ਼ਨਰ ਨਾਲ ਜਾਂ DC ਨਾਲ ਨਹੀਂ, ਉਦੋਂ ਇਹਨਾਂ ਦਾ ਕੋਈ ਤਕਰਾਰ ਹੋਇਆ ਸੀ। ਉਹ ADC ਸੀ। ਅੱਛਾ, ADC ਸੀ। ਉਹ ADC ਸੀ। ਮਾਨਯੋਗ ਸਪੀਕਰ ਸਾਹਿਬ ਸਾਡੇ ਸਤਿਕਾਰਤ ਹੈ, ਇਸ ਕਰਕੇ ਆਪਾਂ ਜਿੰਨੀ ਗੱਲ ਕਰਦੇ ਹਾਂ, ਉਦੋਂ ਕਿਸੇ ਮੁੱਦੇ ਨੂੰ ਲੈ ਕੇ ਇਹ ਗਏ ਸੀ ਜੀ। ਉੱਥੇ ਜਾ ਕੇ ਜਦੋਂ ਇਹਨਾਂ ਦੀ ਆਪਸੀ ਗੱਲਬਾਤ ਹੋਈ ਤਾਂ ADC ਨੇ ਕਹਿਤਾ ਸੀ ਕਿ ਜੀ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ। ਕੋਰਟ 'ਚ ਬੈਠੇ ਸੀ। ਇਹਨਾਂ ਨੇ ਕਿਹਾ ਕਿਉਂ ਨਹੀਂ ਹੋ ਸਕਦਾ। ਉਹਨਾਂ ਨੇ ਗੌਰਮੈਂਟ ਦਾ ਹਵਾਲਾ ਦਿੱਤਾ ਸੀ ਕਿ ਜੀ ਇਹ ਗੌਰਮੈਂਟ ਦੀਆਂ ਹਦਾਇਤਾਂ, ਤੇ ਇਹਨਾਂ ਨੇ ਕਹਿਤਾ ਸੀ ਵੀ I am ਗੌਰਮੈਂਟ, ਅਸੀਂ ਵੀ ਗੌਰਮੈਂਟ ਆ। ਵੈਸੇ ਜੇ ਆਪਾਂ ਦੇਖੀਏ ਤਾਂ ਲੈਜਿਸਲੇਟਰ ਕਾਨੂੰਨ ਬਣਾਉਣ ਵਾਲੇ ਹੁੰਦੇ, ਇਹਨਾਂ ਨੇ ਕਾਨੂੰਨ ਬਣਾਉਣਾ ਹੁੰਦਾ। ਖੈਰ, ਉਹ ਜਿਹੜੀ ਗੱਲਬਾਤ ਹੋਈ ਸੀ ਤੇ ਉਹ ਗੱਲਬਾਤ ਮੇਰੇ ਖਿਆਲ ਮੁਤਾਬਕ ਉਦੋਂ ਆਮ ਆਦਮੀ ਪਾਰਟੀ ਦੇ ਵਿੱਚ ਨਵਾਂ ਚਾਅ ਸੀ ਵੀਡੀਓ ਬਣਾਉਣ ਦਾ। ਤੇ ਉਹ ਵੀਡੀਓ ਕਿਉਂਕਿ ADC ਜਾਂ ADC ਦਾ ਸਟਾਫ ਤਾਂ ਬਣਾ ਨਹੀਂ ਸਕਦਾ, ਇਹਨਾਂ ਦੇ ਬੰਦਿਆਂ ਨੇ ਬਣਾਉਣੀ, ਉਹ ਬਣਾਈ ਇਹਨਾਂ ਦੇ ਬੰਦਿਆਂ ਨੇ ਸੀ। ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਪੁੱਠੀ ਵੀ ਪੈ ਜਾਂਦੀ ਹੁੰਦੀ ਹੈ। ਉਹਨਾਂ ਨੇ ਤਾਂ ਕਿਹਾ ਵੀ ਸਾਡੇ ਜਿਹੜੇ ਹੈਗੇ ਨੇਤਾ ਜੀ, MLA ਸਾਹਿਬ ਬੜਾ ਵਧੀਆ ਬੋਲੇ ਹੈ। ਉਹਨਾਂ ਨੇ ਉਹ ਕਿਤੇ ਸੋਸ਼ਲ ਮੀਡੀਆ ਤੇ ਪਾਤੀ ਤੇ ਉਹ ਵਾਇਰਲ ਇੰਨੀ ਹੋ ਗਈ ਕਿ ਉਹ ਫਿਰ ਜਿਵੇਂ ਤੁਸੀਂ ਦੱਸਿਆ ਕਿ ਲੋਕ ਨਾਂ ਲੈਣ ਲੱਗੇ ਸੀ ਜੀ। ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸੰਧਵਾਂ ਸਾਹਿਬ ਬੜੀ ਸਤਿਕਾਰਤ ਹਸਤੀ ਹੈ। ਪਰਿਵਾਰਕ ਪਿਛੋਕੜ ਦੇਖੀਏ ਤਾਂ ਗਿਆਨੀ ਜੈਲ ਸਿੰਘ ਜੀ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਆਉਂਦੇ ਹੈ, ਪੜ੍ਹੇ ਲਿਖੇ ਹੈ। ਵੱਡੀ ਗੱਲ ਕੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੋ ਕੇ ਵੀ ਇਹ ਸਿੱਖੀ ਨਾਲ ਜੁੜੇ ਤੇ ਨਿਮਰ ਵੀ ਹੈਗੇ, ਨਿਮਰਤਾ ਵਾਲੀ ਗੱਲ ਵੀ ਇਹਨਾਂ ਦੇ ਵਿੱਚ ਹੈਗੀ ਹੈ। ਕੱਲ ਜਿਹੜੀ ਅਸਲ ਦੇ ਵਿੱਚ ਉੱਥੇ ਹੋ ਰਹੀ ਸੀਗੀ ਕੋਈ ਜ਼ਿਲ੍ਹਾ ਪਲੈਨਿੰਗ ਬੋਰਡ ਜਾਂ ਜ਼ਿਲ੍ਹੇ ਦੀ ਕੋਈ ਸ਼ਿਕਾਇਤ ਵਗੈਰਾ ਨਿਵਾਰਨ ਕਮੇਟੀ ਦੀ, ਇਹੋ ਜਿਹੀਆਂ ਕਮੇਟੀਆਂ ਦੀਆਂ ਮੀਟਿੰਗਾਂ ਹੁੰਦੀਆਂ। ਮੀਟਿੰਗ ਹੋ ਰਹੀ ਸੀ ਤੇ ਉਹਨੂੰ ਜਿਹੜਾ ਚੇਅਰ ਕੀਤਾ ਸੀ ਉਹ ਕੀਤਾ ਸੀ ਫੌਜਾ ਸਿੰਘ ਸਰਾਰੀ, ਜਿਹੜੇ ਸਾਡੇ ਮੰਤਰੀ ਹੈ
ਜੀ। ਸਤਿਕਾਰਯੋਗ ਮੰਤਰੀ ਹੈ ਉਹ ਵੀ। ਵੱਖਰੀ ਗੱਲ ਹੈ ਵੀ ਉਹ ਇਹਨਾਂ ਦਿਨਾਂ ਦੇ ਵਿੱਚ ਥੋੜੀ ਜਿਹੀ ਚਰਚਾ ਉਹਨਾਂ ਦੀ ਨੈਗੇਟਿਵ ਹੁੰਦੀ ਹੈ ਕਿਉਂਕਿ ਉਹ ਇੱਕ ਆਡੀਓ ਉਹਨਾਂ ਦੀ ਵੀ ਵਾਇਰਲ ਹੋ ਗਈ ਸੀ। ਉੱਥੇ ਅਸਲ ਦੇ ਵਿੱਚ ਜਦੋਂ ਹੋਈ ਗੱਲਬਾਤ ਤੇ ਉੱਥੇ ਵਿੱਚ ਅੰਦਰ ਗੱਲਾਂ ਚੱਲ ਪਈਆਂ। ਅੱਜ ਇੱਕ ਵੈਬ ਚੈਨਲ ਦੇ ਉੱਤੇ ਮੈਂ ਸੁਣ ਰਿਹਾ ਸੀ, ਕਹਿੰਦੇ ਜੀ ਉੱਥੇ ਅਸਲ ਦੇ ਵਿੱਚ ਹੌਲਦਾਰਾਂ ਦੀਆਂ ਤੇ ਪੁਲਿਸ ਵਾਲਿਆਂ ਦੀਆਂ ਬਦਲੀਆਂ ਨੂੰ ਲੈ ਕੇ ਵੀ ਚਰਚਾ ਚੱਲ ਰਿਹਾ ਹੈ ਫਰੀਦਕੋਟ 'ਚ। ਇਹ ਤਾਂ ਪਹਿਲੇ ਸ਼ੁਰੂ ਤੋਂ ਵੀ ਉਹ ਕੁੜੀ ਅਵਨੀਤ ਸੀ, ਉਹਦੇ ਨਾਲ ਵੀ ਅਵਨੀਤ ਨਾਲ ਵੀ ਇਹੀ ਰੌਲਾ ਸੀ। ਅਵਨੀਤ ਤਾਂ ਉਹਦਾ ਤਾਂ ਵਿਚਾਰੀ ਦਾ ਚੱਕਰ ਜਿਹੜਾ ਸੀ, ਪਹਿਲੀ ਵਾਰ ਉਹ SSP ਲੱਗੀ ਤੇ ਪਹਿਲੀ ਵਾਰੀ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਮੰਤਰੀਆਂ ਨਾਲੋਂ ਜਾਂ ਮਤਲਬ MLAs ਦੇ ਨਾਲੋਂ ਘਰੋਂ ਹੀ ਹੁਕਮ ਹੋਣ ਲੱਗ ਗਏ ਸੀ ਕਿ ਆਹ ਕੁਛ ਕਰੋ ਤੇ ਆਹ ਕੁਛ ਕਰੋ। ਖੈਰ ਜਿਹੜੇ ਨਵੇਂ ਕੁੜੀਆਂ ਮੁੰਡੇ ਹੈ ਜਿਹੜੇ ਸਿਸਟਮ ਨੂੰ ਜਾਣਦੇ ਹੈ, ਚੰਗੀ ਤਰ੍ਹਾਂ ਪੜ੍ਹੇ ਲਿਖੇ, ਉਹ ਕਦੇ ਗਲਤ ਕੰਮ ਨਹੀਂ ਕਰਦੇ। ਉਹ ਵੀ ਹੋਇਆ ਸੀ। ਹੁਣ ਵੀ ਕੋਈ ਬਦਲੀ ਦਾ ਚੱਕਰ ਸੀ, ਕਿਸੇ ਨੇ ਕਿਹਾ ਹੋਣਾ ਨਹੀਂ ਕਿਹਾ ਹੋਣਾ, ਇਹ ਆਪਾਂ ਨੂੰ ਨਹੀਂ ਪਤਾ ਕਿਹਾ ਕਿ ਨਹੀਂ ਕਿਹਾ, ਲੇਕਿਨ ਉਹ ਵੈਬ ਚੈਨਲ ਦੇ ਉੱਤੇ ਗੱਲ ਚੱਲ ਰਹੀ ਸੀ। ਵੱਡੀ ਗੱਲ ਉੱਥੇ ਜਿਹੜੀ ਹੋਈ ਹੈ, ਜਿਹੜੀ ਤਾਂ ਮੈਨੂੰ ਪਤਾ ਲੱਗਿਆ ਕਿ ਉੱਥੇ ਇੱਕ FIR ਹੋਈ ਸੀ। ਅੱਛਾ ਜੀ। FIR ਹੋਈ ਸੀ, ਕੋਈ ਝਗੜਾ ਹੋਇਆ ਸੀ। ਝਗੜਾ ਕਰਨ ਦੇ ਵਿੱਚ ਜਿਹੜੇ ਮੋਹਰੀ ਬੰਦੇ ਸੀ ਉੱਥੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਸੀ। ਜਿਹੜੀ FIR ਹੋਈ ਹੈ ਉਹ FIR ਦੇ ਵਿੱਚ ਨਾਂ ਆ ਗਿਆ ਆਮ ਆਦਮੀ ਪਾਰਟੀ ਦੇ ਇੱਕ ਲੀਡਰ ਦਾ ਵੀ। ਹੁਣ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ ਤੇ ਵਿੱਚ ਆ ਜੇ ਉਹਦਾ ਨਾਂ FIR ਦੇ, ਤੇ ਫਿਰ ਬਰਦਾਸ਼ਤ ਕਿਵੇਂ ਹੁੰਦਾ? ਬਰਦਾਸ਼ਤ ਨਹੀਂ ਹੋ ਸਕਦਾ। ਦੂਜੇ ਪਾਸੇ ਕਿਉਂਕਿ ਸਰਕਾਰ ਆਮ ਲੋਕਾਂ ਦੀ ਹੈ ਤੇ ਸਰਕਾਰ ਨੇ ਇਹ ਗੱਲ ਵੀ ਕਹੀ ਸੀ, ਤੁਹਾਡੇ ਮੈਂ ਯਾਦ ਕਰਾਉਣਾ, ਜਦੋਂ ਨਵੇਂ 92 MLA ਚੁਣੇ ਗਏ ਸੀ, ਮੁੱਖ ਮੰਤਰੀ ਬਣ ਗਏ ਸੀ ਭਗਵੰਤ ਸਿੰਘ ਮਾਨ ਹੋਰੀ, ਉਦੋਂ ਇੱਕ ਮੀਟਿੰਗ ਹੋਈ ਸੀ ਮੋਹਾਲੀ। ਅੱਛਾ ਜੀ। ਉਸ ਮੀਟਿੰਗ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਸ਼ਾਮਲ ਹੋਏ ਸੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ। ਮੁੱਖ ਮੰਤਰੀ ਨੂੰ ਸਾਡੇ ਨਾਲ ਬਿਠਾਇਆ ਸੀ, ਉਹ ਵੀ ਮੁੱਖ ਮੰਤਰੀ ਹੈ ਜੀ। ਤੇ ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਇੱਕ ਗੱਲ ਕਹਿਤੀ ਸੀ ਕਿ ਤੁਸੀਂ ਪਾਰਟੀ ਦੀਆਂ ਨੀਤੀਆਂ ਨੂੰ ਲਾਗੂ ਕਰਨਾ ਹੈ, ਇਹਦੇ ਤੇ ਪਹਿਰਾ ਦੇਣਾ ਹੈ। ਲੋਕ ਜਿਹੜੇ ਵੇਲੇ ਆਉਂਦੇ ਹੈ, ਸਮੇਂ ਸਿਰ ਨਹੀਂ ਆਉਂਦੇ, ਉਹਨਾਂ ਨੂੰ ਚੈੱਕ ਕਰਨਾ, ਸਕੂਲਾਂ ਨੂੰ ਚੈੱਕ ਕਰਨਾ, ਹਸਪਤਾਲਾਂ ਨੂੰ ਚੈੱਕ ਕਰਨਾ, ਲੇਕਿਨ ਅਫਸਰਾਂ ਦੀਆਂ ਬਦਲੀਆਂ ਬਾਰੇ ਨਾ ਕਹੋ ਕੁਛ। ਅੱਛਾ। ਤੁਹਾਡੇ ਕਹੇ ਤੇ ਕਿਸੇ ਨੇ ਕੋਈ SSP ਨਹੀਂ ਲਾਉਣਾ, ਕੋਈ DC ਨਹੀਂ ਲਾਉਣਾ, ਕੋਈ ਥਾਣੇਦਾਰ ਨਹੀਂ ਲਾਉਣਾ। ਇਹ ਕੰਮ ਸਰਕਾਰ ਦਾ ਹੈ। ਸਰਕਾਰ ਇਹ ਕੰਮ ਦੇਖੂਗੀ ਤੇ ਸਰਕਾਰ ਜਿਹੜੀ ਹੈ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਦੇਣਾ ਚਾਹੁੰਦੀ ਹੈ। ਤੇ ਜੇ ਲਿਹਾਜੀ ਰਵੱਈਆ ਅਪਣਾ ਕੇ ਤੇ ਬੰਦੇ ਲਾਉਣ ਲੱਗੇ ਤਾਂ ਫਿਰ ਉਹ ਗੱਲ ਨਹੀਂ ਬਣਨੀ। ਤੇ ਦਾਨੇਵਾਲੀਆ ਸਾਹਿਬ ਫਿਰ ਉਸ ਤਕਰੀਰ ਦਾ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਕੇਜਰੀਵਾਲ ਸਾਹਿਬ ਦਾ ਅਸਰ ਤੁਸੀਂ ਦੇਖੋ ਕਿੰਨਾ ਤਿੱਖਾ ਹੋਇਆ ਸੀ ਜੀ। ਉਦੋਂ ਫਿਰ ਸਾਰੇ ਹੀ MLA ਸਾਰੇ ਜਿਹੜੇ ਸੀਗੇ ਆਪਣੇ ਕੀ ਨਾਮ ਹੈ ਜਿੰਨੇ ਵੀ ਹੈਗੇ ਲੀਡਰ ਇਹਨਾਂ ਦੇ MLA ਤੇ ਉਹ ਜੀ ਪੈ ਗਏ ਟੁੱਟ ਕੇ, ਹਸਪਤਾਲਾਂ ਨੂੰ ਪੈ ਗਿਆ, ਕੋਈ ਕਿਸੇ ਪਾਸੇ ਨੂੰ ਪੈ ਗਿਆ, ਕੋਈ ਕਿਸੇ ਪਾਸੇ ਨੂੰ। ਤੇ ਇੱਕ ਤਾਂ ਮਤਲਬ ਜਿਹੜਾ ਬਾਹਲਾ ਉਤਸ਼ਾਹੀ MLA ਸੀ ਉਹ ਚਲਾ ਗਿਆ ਜੀ। ਤੇ ਉਹ ਹਸਪਤਾਲ ਦੇ ਵਿੱਚ ਡਾਕਟਰ ਨੇ ਦਾਰੂ ਪੀਤੀ ਹੋਈ ਸੀ ਜੀ। ਤੇ ਉਹ ਉਹਦੇ ਨਾਲ ਦੀ ਨਾਲ ਉਹਨੇ ਟੈਲੀਫੋਨ ਕੀਤਾ ਵੀ ਇਹਨੇ ਦਾਰੂ ਪੀਤੀ ਹੋਈ ਹੈ, ਲਿਆਓ ਵੀ ਕਰਾਂ ਤੁਸੀਂ ਆ ਕੇ ਇਹਦਾ ਡਾਕਟਰ ਸਾਹਿਬ ਪੋਸਟਮਾਰਟਮ ਕਰੋ। ਉਹ ਜਿਹੜਾ ਮੈਡੀਕਲ ਉਹਦਾ ਮੁਆਇਨਾ ਕਰਾਉਣਾ ਸੀ, ਜਿਹੜਾ ਡਾਕਟਰੀ ਮੁਲਾਜ਼ਾ, ਜੇ ਆਪਾਂ ਡਾਕਟਰੀ ਮੁਲਾਜ਼ਾ ਕਹਿ ਦਿੰਦੇ ਹਾਂ, ਵੈਸੇ ਪੋਸਟਮਾਰਟਮ ਨੂੰ ਵੀ ਮੁਲਾਜ਼ਾ ਕਹਿ ਦਿੰਦੇ ਆ। ਉਹ ਫਿਰ ਅੰਗਰੇਜ਼ੀ ਬੋਲਣ ਲੱਗ ਗਿਆ ਜੀ। ਉਹ ਮੁਲਾਜ਼ਾ ਦਾ ਭੁੱਲ ਗਿਆ। ਉਹਨੇ ਕਿਹਾ ਵੀ ਇਹ ਕਾਹਨੂੰ ਕਰਨਾ, ਹੁਣ ਆਪਾਂ ਪੜ੍ਹੇ ਲਿਖੇ ਬੰਦੇ, ਤੇ ਉਹਨੇ ਕਿਹਾ ਜੀ ਇਹਦਾ ਕਰੋ ਆ ਕੇ ਪੋਸਟਮਾਰਟਮ ਕਰੋ। ਉਹ ਵੀ ਬੜੀ ਚਰਚਾ ਦਾ ਵਿਸ਼ਾ ਬਣਿਆ ਸੀ। ਕੱਲ ਫਿਰ ਉੱਥੇ ਜਿਹੜੀ ਉਹ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਕਹਿੰਦੇ ਫਿਰ ਉਸ ਗੱਲ ਚੱਲ ਪਈ, ਉਹ ਉੱਥੇ ਗੱਲ ਚੱਲ ਪਈ। ਹੁਣ ਸਪੀਕਰ ਸਾਹਿਬ, ਮੈਨੂੰ ਨਹੀਂ ਪਤਾ ਵੀ ਅੰਦਰੋਂ ਜੋ ਅਖਬਾਰਾਂ 'ਚ ਗੱਲਾਂ ਆਈਆਂ, ਸਪੀਕਰ ਸਾਹਿਬ ਕਹਿੰਦੇ ਆਪਦੀ ਗੱਲ ਤੇ ਵੀ ਆ ਗਲਤ ਹੋ ਰਿਹਾ। ਤੇ ਗਾਂ ਜਿਹੜੇ ਉੱਥੇ SSP ਹੈ ਰਾਜਪਾਲ ਸਿੰਘ ਸੰਧੂ, ਉਹਨਾਂ ਦਾ ਵੀ ਜਿਹੜਾ ਹੈਗਾ ਕਿਰਦਾਰ ਚੰਗਾ ਹੈ। ਮੈਨੂੰ ਕਦੇ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਸ਼ਾਇਦ ਤੁਸੀਂ ਵੀ ਨਹੀਂ ਮਿਲੇ ਹੋਣੇ, ਲੇਕਿਨ ਜਿਹੜੀ ਉਹਨਾਂ ਦੀ ਲੋਕਾਂ ਦੇ ਵਿੱਚੋਂ ਚਰਚਾ ਸੁਣ ਰਹੇ ਹੈ ਵੀ ਚੰਗੇ ਅਫਸਰ, ਕਿਸੇ ਦੀ ਪ੍ਰਵਾਹ ਪ੍ਰਭੂ ਘੱਟ ਹੀ ਕਰਦੇ। ਤੇ ਜਦੋਂ ਬੰਦਾ ਕੋਈ ਉਹਨੇ ਕਰਪਸ਼ਨ ਨਾ ਕਰਨੀ ਹੋਵੇ, ਕੋਈ ਮਾੜਾ ਕੰਮ ਨਾ ਕਰਨਾ ਹੋਵੇ, ਫਿਰ ਉਹ ਕਿਉਂ ਚੱਲੂਗਾ? ਤੇ ਉਹਨੇ ਕਿਹਾ ਜੀ ਨਹੀਂ। ਉੱਥੇ ਫਿਰ ਤਕਰਾਰ ਵਾਵਾ ਤਿੱਖਾ ਹੋ ਗਿਆ। ਮੀਟਿੰਗ ਦੇ ਵਿੱਚ ਤਕਰਾਰ ਤਿੱਖਾ ਹੋ ਗਿਆ। ਕੌਣ ਸੀਗੇ ਜੀ ਮੀਟਿੰਗ ਦੇ ਵਿੱਚ? ਸਾਰੇ ਅਫਸਰ ਹੀ ਸੀਗੇ। ਅੱਛਾ ਜੀ। ਜ਼ਿਲ੍ਹਾ ਯੋਜਨਾ ਬੋਰਡ ਦੀ ਜਿਹਨੂੰ ਮਤਲਬ ਜਿਹੜੇ ਹੈਗੇ ਸਟੇਟ ਵੱਲੋਂ ਜਿਹੜਾ ਇੰਚਾਰਜ ਮੰਤਰੀ ਲਾਇਆ ਹੋਇਆ ਉਹ ਫੌਜਾ ਸਿੰਘ ਸਰਾਰੀ ਸੀ। ਅੱਛਾ ਢਿੱਲੋਂ ਸਾਹਿਬ, ਮੈਨੂੰ ਇੱਕ ਗੱਲ ਬੜੀ ਸਮਝ ਨਹੀਂ ਆਉਂਦੀ। ਮੈਂ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਰਿਹਾ ਜੀ। ਇੱਕ ਸਪੀਕਰ ਜੀ ਜਿਹੜਾ ਵਿਧੀ ਪਾਲਿਕਾ ਦਾ ਮੁਖੀ ਹੈ, ਬਿਲਕੁਲ, ਕਿਉਂਕਿ ਦੇਖੋ ਉਹਨੂੰ CM ਨੇ ਵੀ ਖੜੇ ਹੋ ਕੇ ਸਲੂਟ ਮਾਰਨਾ, ਦੂਜੀਆਂ ਨੇ ਵੀ ਸਲੂਟ ਮਾਰਨਾ, ਤੇ ਉਂਗਲਾਂ ਤੇ ਨਚਾਉਂਦਾ ਸਾਰੀ ਵਿਧਾਨ ਸਭਾ ਨੂੰ। ਬਿਲਕੁਲ। ਉਹ ਢਿੱਲੋਂ ਸਾਹਿਬ ਜਾਇਜ਼ ਹੈ ਉਹਦਾ ਬਹਿਣਾ? ਮੈਨੂੰ ਤਾਂ ਲੱਗਦਾ ਨਹੀਂ ਵੀ ਸਪੀਕਰ ਇਹੋ ਜਿਹੀਆਂ
ਇਹ ਫਿਰ ਤਾਂ ਤੁਸੀਂ ਉਸ ਮੰਤਰੀ ਦੇ ਮੁਤਹਿਤ ਹੋਗੇ ਨਾ। ਜੇ ਤੁਸੀਂ ਉੱਥੇ ਬਹਿੰਦੇ ਹੋ ਤਾਂ ਬਤੌਰ ਐਮਐਲਏ ਤਾਂ ਤੁਸੀਂ ਉਹ ਮੰਤਰੀ ਦੇ ਮੁਤਹਿਤ ਹੋਗੇ। ਦੇਖੋ ਦਾਨੇਲੀਆ ਸਾਹਿਬ, ਮੇਰੀ ਪੋਲੀਟੀਕਲ ਸਾਇੰਸ ਨਹੀਂ ਪੜ੍ਹੀ, ਤੁਹਾਡੀ ਪੜ੍ਹੀ ਹੈ। ਤੁਹਾਨੂੰ ਆ ਵਿਧੀ ਪਾਲਿਕਾ, ਨਿਆਂਪਾਲਿਕਾ ਤੇ ਇੱਕ ਹੋਰ ਕੀ ਹੁੰਦੀ ਹੈ, ਐਗਜੈਕਟਿਵ ਕਹਿੰਦੇ ਜਿਹਨੂੰ, ਕਾਰਜਪਾਲਿਕਾ। ਇਹਨਾਂ ਦੇ ਇਹ ਵੱਖ-ਵੱਖ ਅੰਗ ਹੈ। ਵੱਖ-ਵੱਖ ਅੰਗਾਂ ਦੀਆਂ ਵੱਖ-ਵੱਖ ਡਿਊਟੀਆਂ ਜੀ। ਲੇਕਿਨ ਆਮ ਤੌਰ ਦੇ ਉੱਤੇ ਜਦੋਂ ਕਿਸੇ ਨੂੰ ਸਪੀਕਰ ਬਣਾਇਆ ਜਾਂਦਾ ਨਾ, ਉਹ ਦੁਖੀ ਜਿਹਾ ਮਹਿਸੂਸ ਕਰਦਾ ਵੀ ਮੇਰੇ ਤਾਂ ਪੱਲੇ ਕੁਛ ਨਹੀਂ, ਮੈਨੂੰ ਪੱਲੇ ਮੇ ਤਾਂ ਤੁਸੀਂ ਕੀ ਹੈ। ਆਪਣੇ ਬੀਬੀ ਸਰਬਜੀਤ ਕੌਰ ਮਾਣੂ ਕੇ, ਹਾਂ, ਉਹਦਾ ਨਾਂ ਕਹਿੰਦੇ ਚੱਲ ਪਿਆ ਸੀ ਸਪੀਕਰ ਵਾਸਤੇ। ਜਦੋਂ ਉਹਨੂੰ ਕਿਹਾ ਵੀ ਤੈਨੂੰ ਸਪੀਕਰ ਬਣਾਉਣਾ ਤੇ ਉਹਨੇ ਜਵਾਬ ਦਿੱਤਾ, ਹੱਥਾਂ ਖੜੇ ਕਰਤੇ, ਮੈਂ ਨਹੀਂ। ਹਾਂ ਵੀ ਮੈਂ ਨਹੀਂ ਜੀ ਬਣਨਾ ਸਪੀਕਰ, ਮੈਨੂੰ ਤਾਂ ਵਜ਼ੀਰ ਬਣਾਓ। ਕਿਉਂਕਿ ਦੂਜੀ ਵਾਰੀ ਐਮਐਲਏ ਬਣੀ ਸੀ ਉਹ, ਤੇ ਵਜ਼ੀਰ ਵਾਲੀ ਗੱਲ ਬਣ ਗਈ ਤੇ ਉਹਨੂੰ ਇਗਨੋਰ ਕਰਤਾ ਤੇ ਫਿਰ ਸੰਧਮਾ ਸਾਹਿਬ ਨੂੰ ਬਣਾਤਾ। ਸੰਧਮਾ ਸਾਹਿਬ ਦੀ ਵੀ ਜਿਹੜੀ ਦਿਲਚਸਪੀ ਸੀ ਉਹ ਐਕਚੁਅਲੀ ਜਿਹੜੀ ਹੈਗੀ ਆ ਉਹ ਐਗਰੀਕਲਚਰ ਦੇ ਵਿੱਚ ਸੀ ਜੀ। ਇਹ ਚਾਹੁੰਦੇ ਸੀ ਵੀ ਮੈਨੂੰ ਮਿਨਿਸਟਰ ਬਣਾਇਆ ਜਾਵੇ ਤੇ ਐਗਰੀਕਲਚਰ ਡਿਪਾਰਟਮੈਂਟ ਦਿੱਤਾ ਜਾਵੇ। ਐਗਰੀਕਲਚਰ ਦਾ ਤਜਰਬਾ ਤਾਂ ਤੁਹਾਨੂੰ ਪਤਾ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਹੁੰਦਾ ਹੀ ਹੁੰਦਾ ਵੀ ਚਲੋ ਮੈਂ ਐਗਰੀਕਲਚਰ ਸੇਵਾ ਕਰਾਂ। ਪਰ ਜਦੋਂ ਪਾਰਟੀ ਨੇ ਕਹਿਤਾ, ਇਹਨਾਂ ਨੇ ਉਹ 7 ਵਚਨ ਕਹਿ ਕੇ ਮੰਨ ਲਿਆ ਜੀ ਆਪਦਾ, ਮੰਨ ਕੇ ਤੇ ਇਹ ਉੱਥੇ ਚਲੇ ਗਏ। ਉਹ ਤੋਂ ਪਹਿਲਾਂ ਮੈਨੂੰ ਇਹਨਾਂ ਪਤਾ ਵੀ ਰਾਣਾ KP ਸਿੰਘ ਵੀ ਸਪੀਕਰ ਹੁੰਦੇ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਵੇਲੇ। ਤੇ ਰਾਣਾ KP ਸਿੰਘ ਦੀ ਦਿਲਚਸਪੀ ਵੀ ਸਪੀਕਰ ਦੇ ਵਿੱਚ ਘੱਟ ਸੀ, ਉਹਨੇ ਦੀ ਵੀ ਮੰਤਰੀ ਬਣਨ ਦੇ ਵਿੱਚ ਸੀ। ਤੇ ਜਦੋਂ ਵੀ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਹੋਣਾ ਹੁੰਦਾ ਜਾਂ ਥੋੜੀ ਬਹੁਤੀ ਅਦਲਾ ਬਦਲੀ ਹੋਣੀ ਹੁੰਦੀ, ਉਦੋਂ ਅਖਬਾਰਾਂ 'ਚ ਨਾਮ ਆਉਂਦਾ ਹੁੰਦਾ ਸੀ ਜੀ ਰਾਣਾ KP ਸਿੰਘ ਬਣ ਸਕਦੇ ਹੈ ਕਿ ਸਪੀਕਰ ਤੋਂ ਹਟ ਜਾਣਗੇ। ਲੇਕਿਨ ਵਿਧਾਨ ਸਭਾ ਦੇ ਅੰਦਰ ਸਪੀਕਰ ਦੀ ਪਾਵਰ ਬਹੁਤ ਜ਼ਿਆਦਾ ਹੁੰਦੀ। ਸਪੀਕਰ ਤੁਸੀਂ ਦੇਖੋ ਕਿ ਜਦੋਂ ਐਮਐਲਏ ਨੂੰ, ਕਿਸੇ ਵੀ ਪਾਰਟੀ ਦੇ ਐਮਐਲਏ ਹੋਣ, ਉਹਨਾਂ ਦੇ ਜਿਹੜੇ ਕਸਟੋਡੀਅਨ ਸਪੀਕਰ ਹੈ ਬਿਲਕੁਲ ਵਿਧਾਨ ਸਭਾ ਦਾ, ਉਹਨਾਂ ਦਾ ਕੋਈ ਵੀ ਜੇ ਇੰਟਰਸਟ ਵਾਚ ਕਰਨਾ ਹੈ ਉਹ ਸਪੀਕਰ ਨੇ ਕਰਨਾ, ਕਮਰੇ ਦੇਣੇ ਹੈ, ਬਿਮਾਰੀ ਪੈਨਸ਼ਨ। ਦਾਨੇਲੀਆ ਸਾਹਿਬ, ਉਹ ਤੋਂ ਵੀ ਵੱਡੀ ਅਹਿਮ ਗੱਲ ਕਿ ਕੋਈ ਐਮਐਲਏ ਕਿਸੇ ਵਜ਼ੀਰ ਨੂੰ, ਆਪਣਾ ਅਫਸਰ ਨੂੰ ਮਿਲ ਜਾਂਦਾ, ਉਹ ਅਫਸਰ ਉਹਦੀ ਜਿਹੜੀ ਹੈਗੀ ਹੈ ਬਣਦੀ ਜਿਹੜੀ ਇੱਜ਼ਤ ਮਾਣ ਨਹੀਂ ਕਰਦਾ, ਜਾਂ ਉਹਦੇ ਨਾਲ ਕਿਸੇ ਕਿਸਮ ਦੀ ਤਲਖ ਕਲਾਮੀ ਹੁੰਦੀ ਹੈ, ਬਦ ਕਲਾਮੀ ਹੁੰਦੀ ਹੈ, ਤਾਂ ਉਸ ਐਮਐਲਏ ਨੇ ਆ ਕੇ ਜਿਹੜੀ ਕੰਪਲੇਂਟ ਦੇਣੀ ਹੁੰਦੀ ਹੈ ਸਪੀਕਰ ਨੂੰ ਦਿੰਦੀ ਹੈ। ਹੁਣ ਸੰਧਵਾ ਸਾਹਿਬ ਕਿਹਨੂੰ ਦੇਣਗੇ? ਤੇ ਸਪੀਕਰ ਸਾਹਿਬ ਨੇ ਫਿਰ ਉਹ ਜਿਹੜੀ ਹੈਗੀ ਹੈ ਪ੍ਰਿਵਿਲੇਜ ਕਮੇਟੀ ਜਿਹੜੀ ਬਣੀ ਹੁੰਦੀ ਹੈ ਉਹਨੂੰ ਭੇਜਣੀ ਹੈ। ਪ੍ਰਿਵਿਲੇਜ ਕਮੇਟੀ ਦੀਆਂ ਪਾਵਰਾਂ ਫਿਰ ਕਿੰਨੀਆਂ ਹੈ? ਇਹ ਪ੍ਰਿਵਿਲੇਜ ਪਾਣੀ ਘੁੱਟਾਂ ਰਾਹੀਂ ਕਿਹੜਾ ਜੀ ਪਾਣੀ ਕੱਢ ਪਿਆ ਦਿੰਦੇ ਆ, ਨਾਸਾਂ ਥਾਣੀ ਪਾਣੀ ਪਿਆਉਂਦੇ ਆ। ਉਹ ਸੱਦ ਲੈਂਦੇ ਵੀ DC ਸਾਹਿਬ ਆ ਜਾਓ, ਤੇ DC ਸਾਹਿਬ ਜਾ ਕੇ ਬਹਿ ਜਾਂਦੇ ਤੇ ਫਿਰ ਸ਼ਾਮ ਦੇ 5 ਵਜੇ ਤੱਕ ਬਹਾਈ ਰੱਖਦੇ ਤੇ ਫਿਰ ਕਹਿੰਦੇ ਜੀ ਅਗਲੀ ਪੇਸ਼ੀ। ਜਿਵੇਂ ਆਪਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਂਦੀਆਂ, ਜਦੋਂ ਅਫਸਰਾਂ ਨੂੰ 3 ਪੇਸ਼ੀਆਂ ਪੈਂਦੀਆਂ ਤੇ ਉਹਨਾਂ ਦੀਆਂ ਫਿਰ ਚੀਕਾਂ ਨਿਕਲ ਜਾਂਦੀਆਂ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਪਾਵਰ ਹੁੰਦੀ ਹੈ ਸਪੀਕਰ ਦੀ। ਪ੍ਰਿਵਿਲੇਜ ਜਿਹੜੀ ਮਾਣ ਸਤਿਕਾਰ ਰੱਖਣਾ, ਇਹਨੂੰ ਸਪੀਕਰ ਦਾ ਮਾਣ ਸਤਿਕਾਰ ਤਾਂ ਬਹੁਤ ਵੱਡਾ ਹੈ। ਤੇ ਮੈਨੂੰ ਨਹੀਂ ਪਤਾ, ਪਰ ਜੇ ਗੱਲ ਇਹ ਵਾਕਈ ਹੈ ਕਿ ਉਹ ਮੰਤਰੀ ਤੋਂ ਵੱਡੇ ਹੈ ਤੇ ਵਿਧਾਨ ਸਭਾ ਤੋਂ ਬਾਹਰ ਵੀ ਮੰਤਰੀ ਤੋਂ ਵੱਡੇ ਹੈ, ਤੇ ਉਹ ਫਿਰ ਮੇਰਾ ਖਿਆਲ ਵੀ ਬੈਠਣਾ ਐਥੀਕਲੀ ਗਲਤ ਹੈ, ਐਥੀਕਲੀ ਠੀਕ ਨਹੀਂ। ਚਲੋ ਸਪੀਕਰ ਸਾਹਿਬ ਆਪਾਂ ਗਲਤ ਨਹੀਂ ਕਹਿੰਦੇ, ਐਥੀਕਲੀ ਠੀਕ ਨਹੀਂ ਹੈਗੀ ਵੀ ਜਿਹੜਾ ਰੁਤਬਾ ਨਾ ਬਿਲਕੁਲ ਉਹਦੀ ਗਰਿਮਾ ਜਿਹੜੀ ਹੈਗੀ ਹੈ ਉਹਦਾ ਧਿਆਨ ਰੱਖਣਾ ਚਾਹੀਦਾ, ਉਹਦਾ ਸਤਿਕਾਰ, ਉਹਦਾ ਮਾਣ। ਵੈਸੇ ਗੱਲ ਇਹ ਕਿ ਜੀ ਕੋਈ ਇਸ ਕਿਸਮ ਦੀ ਗੱਲ ਹੋਵੇ ਤਾਂ ਬੜੇ ਵਾਰੀ ਹੁੰਦਾ ਹੈ, ਜੇ ਮਤਲਬ ਸਪੀਕਰ ਹੋਣ, ਮੰਤਰੀ ਹੋਣ ਪਬਲਿਕ ਮੀਟਿੰਗਾਂ ਦੇ ਵਿੱਚ, ਤਾਂ ਜਿਹੜੇ ਰੂਲਿੰਗ ਪਾਰਟੀ ਵਾਲਿਆਂ ਤੋਂ ਇਹ ਗੱਲ ਨਹੀਂ ਕਰਨੀ ਚਾਹੀਦੀ। ਉਹ ਤਾਂ ਜਿਸ ਅਧਿਕਾਰੀ ਦੇ ਨਾਲ ਜੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਉਹਦੇ ਪ੍ਰਤੀ ਲੱਗਦਾ ਕਿ ਉਹਨੇ ਕੰਮ ਠੀਕ ਨਹੀਂ ਕੀਤਾ, ਉਹਨੂੰ ਬੁਲਾ ਲਓ, ਉਹਨੂੰ ਬੁਲਾ ਕੇ ਰੈਸਟ ਹਾਊਸ ਦੇ ਵਿੱਚ ਬੁਲਾ ਕੇ ਗੱਲ ਕੀਤੀ ਜਾ ਸਕਦੀ ਹੈ। ਵੈਸੇ ਅੱਜ ਦੇ ਅਫਸਰ ਜਿਹੜੇ ਹੈਗੇ, ਜੇ ਸਪੀਕਰ ਤਾਂ ਬਹੁਤ ਮਰਿਆਦਾ ਵਾਲਾ ਉਹਦਾ ਹੈ, ਉਹ ਕਿਸੇ ਅਫਸਰ ਨੂੰ, DC ਨੂੰ, SSP ਨੂੰ ਕਹਿ ਦੇਣਗੇ ਵੀ ਭਾਈ ਮੇਰੇ ਘਰ ਆ, ਤੇ ਘਰ ਵੀ ਚਲੇ ਜਾਣਗੇ, ਕੋਈ ਖਾਸ ਗੱਲ ਨਹੀਂ। ਬੰਦੇ ਸਾਰੇ ਸਤਿਕਾਰ ਕਰਦੇ ਆ, ਮੋਰਓਵਰ ਸੰਧਮਾ ਸਾਹਿਬ ਵਰਗੇ ਬੰਦੇ ਦਾ ਸਤਿਕਾਰ ਕਰਨਾ। ਪਰ ਉਹ ਜਿਹੜੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਦਾਨੇਲੀਆ ਸਾਹਿਬ, ਫਿਰ ਮੈਨੂੰ ਉੱਥੇ ਫੇਰ ਗੱਲ ਆ ਜਾਂਦੀ ਹੈ, ਜੇ ਸਰਕਾਰ ਜਿਹੜੀ ਹੈ ਨਾ ਵੈਸੇ ਨਿਆਣੀ ਹੈ, ਥੋੜੀ ਨਿਆਣੀ ਜੇ, ਤੇ ਨਿਆਣੀ ਤਜਰਬੇ ਦੇ ਪੱਖ ਤੋਂ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਨਿਆਣੀ ਬਸ ਨਿਆਣੀ ਮੱਤ ਹੀ ਕਹਿ ਲਓ ਜੀ, ਮੈਂ ਤਾਂ ਨਿਆਣੀ ਮੱਤ ਹੀ ਕਹੂੰਗਾ। ਕਿਉਂਕਿ ਗੱਲ ਪਤਾ ਕੀ ਹੈ, ਜੇ ਤਾਂ ਤਜਰਬੇ ਕੰਨੀ ਉਹ ਨਿਆਣੀ ਹੋਵੇ ਫਿਰ ਤਾਂ ਉਹ ਸਿੱਖਣ ਵਾਲੇ ਪਾਸੇ ਜਾਂਦੇ ਆ, ਤੇ ਜਿਹੜੀ ਨਿਆਣੀ ਮੱਤ ਹੁੰਦੀ ਉਹ ਨਾ ਤਾਂ ਸਿੱਖਣ ਵਾਲੇ ਪਾਸੇ ਜਾਂਦੇ, ਉਹ ਤਾਂ ਲੱਤਾਂ ਨਸਾਲ ਲੈਂਦੇ ਆ ਤੇ ਵਿੱਚ ਹੀ ਮਰੀ ਜਾਂਦੇ, ਮੈਂ ਨਹੀਂ। ਤੇ ਜਵਾਕ ਜੇ ਮਾਂ ਦੇ ਨਵਾਉਣ ਵੇਲੇ ਜੂੜਾ ਨਹੀਂ ਫੜ ਲੈਂਦੀ ਹੁੰਦੀ, ਧੂ ਕੇ ਇੱਧਰ ਲੱਗੇ ਫੇਰ ਚੱਲ ਚਿੱਕੜ 'ਚ, ਉਹ ਕਹਾਣੀ ਹੈ। ਦੇਖੋ ਮੈਂ ਜਿਹੜਾ ਮੇਰਾ ਦਾਨੇਲੀਆ ਸਾਹਿਬ ਜਿੰਨਾ ਕੁ ਮੈਂ ਪੜ੍ਹਿਆ ਵਾ, ਮੈਂ ਬਾਹਲਾ ਤਾਂ ਨਹੀਂ ਪੜ੍ਹਿਆ ਵਾ, ਮੈਂ ਸ਼ਾਇਦ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਦੋਂ ਮੈਨੂੰ ਦਾਖਲਾ ਮਿਲਿਆ 9ਵੀਂ ਕਲਾਸ 'ਚ ਜੀ, ਸਾਡੇ ਪਿੰਡ ਸਕੂਲ ਨਹੀਂ ਹੁੰਦਾ ਸੀ, ਕਿਉਂਕਿ ਅਸੀਂ ਰਿਆਸਤੀ ਲੋਕ ਹਾਂ। ਇੱਥੇ ਰਾਜਾਂ ਦੇ ਰਾਜ ਹੁੰਦੇ ਸੀ, ਤੇ ਰਾਜਾਂ ਦੇ ਰਾਜਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਕੂਲ ਨਹੀਂ ਖੁੱਲ੍ਹਣ ਦਿੱਤੇ ਜਾਂਦੇ ਸੀ।
ਉਦੋਂ ਆਮ ਤੌਰ ਦੇ ਉੱਤੇ ਜਿਹੜੇ ਲੋਕ ਅੱਖਰਾਂ ਦਾ ਗਿਆਨ ਹਾਸਲ ਕਰਦੇ ਹੁੰਦੇ ਸੀ ਉਹ ਗੁਰਦੁਆਰਾ ਸਾਹਿਬਾਨ ਜਾਂ ਡੇਰਿਆਂ 'ਚ ਅੱਖਰ ਗਿਆਨ ਲੈਂਦੇ ਹੁੰਦੇ ਸੀਗੇ। ਰੀਠਿਆਂ ਨਾਲ ਲਿਖਣ ਲੁਖਣ ਵਾਲੀ ਗੱਲ ਉਹ ਹੁੰਦੀ ਵਿੱਚ ਪਾ ਕੇ। ਜਿਹੜਾ ਅੰਗਰੇਜ਼ੀ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਵਾਲਾ, ਉਹਦੇ ਤੇ ਅੰਗਰੇਜ਼ਾਂ ਨੇ ਜਦੋਂ ਕਬਜ਼ਾ ਕਰ ਲਿਆ ਸੀ ਮਹਾਰਾਜਾ ਤੋਂ ਬਾਅਦ, ਉਸ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਆ ਕੇ, ਕਿਉਂਕਿ ਲੋੜ ਸੀ ਉਹਨਾਂ ਨੂੰ, ਉਹਨਾਂ ਨੂੰ ਆਪਣੇ ਅਮਲੇ ਫੈਲੇ ਵਾਸਤੇ ਲੋੜ ਸੀ ਪੜ੍ਹੇ ਲਿਖੇ ਬੰਦਿਆਂ ਦੀ, ਕਲਰਕੀ ਲਾ ਲਓ ਚਾਹੇ ਤੁਸੀਂ, ਉਹਨਾਂ ਨੇ ਫਿਰ ਸਕੂਲ ਖੋਲੇ ਸੀ। ਤੇ ਸਾਡਾ ਪਿੰਡ ਜਿਹੜਾ ਹੈਗਾ ਇਹ ਰਿਆਸਤ ਪਟਿਆਲਾ ਚ ਆ ਗਿਆ ਸੀ, ਤੇ ਨਾਲ ਹੀ ਸਾਡੇ ਖੇਤਾਂ ਦੇ ਨਾਲ ਖੇਤ ਲੱਗਦੇ ਸੀ, ਝੁੰਬਾ ਪਿੰਡ, ਉਹ ਸੀ ਅੰਗਰੇਜ਼ੀ ਰਾਜ, ਫਿਰੋਜ਼ਪੁਰ ਜ਼ਿਲ੍ਹੇ ਚ ਹੁੰਦਾ ਉਹ। ਅੱਜ ਦੇ ਜੇ ਮੁੰਡਿਆਂ ਨੂੰ ਕਹੀਏ ਤਾਂ ਵੀ ਕਦੇ ਫਿਰੋਜ਼ਪੁਰ, ਉਹ ਤਾਂ ਮੰਨਣ ਨੂੰ ਤਿਆਰ ਨਹੀਂ। ਸਾਡਾ ਨਥਾਰਾ ਵੀ ਫਿਰੋਜ਼ਪੁਰ ਜ਼ਿਲ੍ਹੇ ਚ ਹੁੰਦਾ ਸੀ। ਆਹ ਲਹਿਰੇ ਵਗੈਰਾ ਜਿਹੜੇ ਹੈਗੇ ਨੇ ਸਾਰੇ ਦੇ ਸਾਰੇ ਫਿਰੋਜ਼ਪੁਰ ਚ ਹੁੰਦੇ ਸੀ। ਤਾਂ ਪ੍ਰਤਾਪ ਸਿੰਘ ਕਹਿਰੂ ਨੇ 56-57 ਦੇ ਵਿੱਚ ਜਿਹੜੇ ਮਲਾਏ ਸੀ ਤਾਂ ਮੈਂ ਇਹਨੂੰ ਜੋ ਦਾਖਲਾ ਮਿਲਿਆ ਸੀ ਗਏ, ਤੇ ਸਾਡੇ ਇੱਕ ਟੀਚਰ ਹੁੰਦੇ ਸੀ, ਦਰਸ਼ਨ ਕੁਮਾਰ ਉਹਨਾਂ ਦਾ ਨਾਂ ਸੀ। ਅੱਛਾ ਜੀ। ਸੀ ਉਹ ਹਿੰਦੂ ਜੈਂਟਲਮੈਨ, ਲੇਕਿਨ ਪੰਜਾਬੀ ਦੀ ਉਹਨਾਂ ਦੀ ਜਿਹੜੀ ਬੜੀ ਮੁਹਾਰਤ ਸੀ ਤੇ ਪੰਜਾਬੀ ਨੂੰ ਸਮਰਪਿਤ ਪੜ੍ਹੇ ਸੀ ਜੀ। ਉਹਨਾਂ ਦਿਨਾਂ ਦੇ ਵਿੱਚ ਦਾਨੇਵਾਲੀਆ ਸਾਹਿਬ, ਜਿਹੜੇ ਸਾਡਾ ਵਾਲਾ ਟਾਈਮ ਸੀ, 9-10 ਜਮਾਤਾਂ ਪੜ੍ਹੇ ਬੰਦੇ ਨੂੰ ਬਹੁਤ ਗਿਆਨੀ ਮੰਨਿਆ ਜਾਂਦਾ ਸੀ। ਹਾਂ, ਜਿਹੜੇ ਤਾਂ ਸਾਡੇ ਹੁਣ ਪਿੰਡ ਦਾਨੇ ਵਾਲੇ 4 ਬਾਬਾ ਜੀ ਹੋਰੀ ਸਾਡੇ ਬੀਏ ਸੀ, ਉਹ ਮਗਰ ਬੀਏ ਲਿਖਦੇ ਹੁੰਦੇ ਸੀ, ਉਹ ਬੀਏ ਲਿਖਦੇ ਹੁੰਦੇ ਸੀ। ਤੇ ਉਦੋਂ ਤਾਂ 4-4 ਪੜ੍ਹੇ ਬੰਦੇ ਜਿਹੜੇ ਹੈਗੇ ਆ ਪਟਵਾਰੀ ਵੀ ਭਰਤੀ ਹੋਏ। ਬਿਲਕੁਲ। ਤੇ ਉਹ ਦਰਸ਼ਨ ਕੁਮਾਰ ਜੀ ਮਾਸਟਰ ਜੀ ਸਾਡੇ ਕਹਿੰਦੇ ਯਾਦ ਆ ਗਏ ਮੇਰੇ, ਉਹਨੂੰ ਕਹਿੰਦੇ ਵੀ ਗੱਲ ਇਹ ਆ ਵੀ ਤੁਸੀਂ ਲਿਟਰੇਚਰ ਵੱਲ ਧਿਆਨ ਦਿਓ, ਪੜ੍ਹੋ, ਤੁਸੀਂ ਮੈਕਸਿਮਮ ਪੜ੍ਹੋ, ਕਿਤਾਬਾਂ ਕੱਲੀਆਂ ਨਾ ਪੜ੍ਹੋ, ਲਿਟਰੇਚਰ ਪੜ੍ਹੋ। ਤੇ ਉਹਨਾਂ ਨੇ ਕਿਹਾ ਵੀ ਆਹ ਸਾਹਮਣੇ ਲਾਇਬ੍ਰੇਰੀ ਹੈ, ਤੇ ਉਸ ਲਾਇਬ੍ਰੇਰੀ ਦੇ ਵਿੱਚੋਂ ਤੁਸੀਂ ਕਿਤਾਬਾਂ ਲਿਆ ਕਰੋ ਤੇ ਕਿਤਾਬਾਂ ਪੜ੍ਹਿਆ ਕਰੋ ਜੀ। ਮੈਨੂੰ ਕਿਉਂਕਿ ਟੀਚਰ ਨੇ ਕਿਹਾ, ਗੁਰੂ ਹੁੰਦਾ, ਸਾਡੇ ਵੇਲੇ ਟੀਚਰਾਂ ਦੀ ਇੱਜ਼ਤ ਬਹੁਤ ਹੁੰਦੀ ਸੀ। ਚਲੋ ਜੀ, ਮੈਂ ਕਿਹਾ ਵੀ ਜਾ ਕੇ ਦੇਖੀਏ। ਮੈਂ ਦੇਖਣ ਲੱਗ ਗਿਆ ਨਾਵਲ। ਮੈਂ ਉਹ ਤੋਂ ਪਹਿਲਾਂ ਮੈਨੂੰ ਨਾਵਲ ਦਾ ਨਹੀਂ ਪਤਾ ਸੀ ਕੀ ਹੁੰਦਾ। ਇੱਕ ਮੋਟੀ ਜੀ ਕਿਤਾਬ ਪਈ, ਉਹਦੇ ਉੱਤੇ ਲਿਖਿਆ ਪਵਿੱਤਰ ਪਾਪੀ ਜੀ, ਨਾਨਕ ਸਿੰਘ ਦੀ। ਤੇ ਮੈਂ ਉਹ ਪਵਿੱਤਰ ਪਾਪੀ ਚੱਕ ਲਈ ਜੀ, ਮੈਂ ਪੜ੍ਹੀ। ਪੜ੍ਹ ਕੇ ਦਿਲਚਸਪੀ ਬੜੀ ਬਣੀ ਪਹਿਲੇ ਦਿਨ ਤੋਂ ਵੀ, ਯਾਰ ਤਾਂ ਕਿਉਂਕਿ ਤੁਰਦਾ ਨਾਲ ਤੁਰਦਾ ਬੰਦਾ ਉਹਨੂੰ ਪੜ੍ਹਦਾ। ਉਹਦੇ ਵਿੱਚ ਨਾਨਕ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਜ਼ਿੰਦਗੀ ਦੇ ਵਿੱਚ ਤੁਹਾਡਾ ਸਭ ਤੋਂ ਵੱਡਾ ਉਸਤਾਦ ਤੁਹਾਡਾ ਤਜਰਬਾ ਹੈ। ਤਜਰਬੇ ਨੂੰ ਲੋਕ ਐਵੇਂ ਨਹੀਂ ਹੁੰਦੇ ਦਾਨੇਵਾਲੀਆ ਸਾਹਿਬ। ਹੁਣ ਇਸ ਸਰਕਾਰ ਦੇ ਕੋਲੇ ਜਿਹੜੇ ਤਾਂ ਲੋਕ ਇਹਨਾਂ ਦੇ ਵਿੱਚ ਆਏ ਵੇ ਆ ਘੋਲਾਂ ਚੋਂ, ਉਹਨਾਂ ਦੇ ਕੋਲੇ ਪ੍ਰਸ਼ਾਸਕ ਤਜਰਬਾ ਭਾਵੇਂ ਨਾ ਹੋਵੇ, ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਆਪਦੀ ਗੱਲ ਮਨਵਾਉਣੀ ਕਿਵੇਂ, ਗੱਲ ਕਰਨੀ ਕਿਵੇਂ। ਹੁਣ ਮੇਰੇ ਸਾਹਮਣੇ ਜੇ ਆਪਾਂ ਦੇਖੀਏ ਇਸ ਵੇਲੇ ਜਿਹੜੀ ਇਹ ਕੈਬਨਿਟ ਹੈ, ਇਸ ਕੈਬਨਿਟ ਦੇ ਵਿੱਚ ਅਮਨ ਅਰੋੜਾ ਸਾਹਿਬ ਵੀ ਮੰਤਰੀ ਹੈਗੇ ਹੈ, ਪੜ੍ਹੇ ਲਿਖੇ ਬੰਦੇ ਹੈ, ਲੇਕਿਨ ਜਿਹੜੇ ਮੰਤਰੀਆਂ ਨੇ ਆਪਦੀ ਕਮਾਂਡ ਛੱਡੀ ਵੀ ਹੈ ਸਿਲਸਿਲਾ, ਉਹ 2 ਮੰਤਰੀ ਹੈ। ਇੱਕ ਤਾਂ ਕੁਲਦੀਪ ਸਿੰਘ ਢਾਲੀਵਾਲ, ਜਿਨ੍ਹਾਂ ਦੇ ਕੋਲ ਖੇਤੀਬਾੜੀ ਵੀ ਹੈ, ਕੋਆਪਰੇਟਿਵ ਵੀ ਹੈ, ਪੰਚਾਇਤਾਂ ਵੀ ਹੈ, ਤੇ ਨਾਲ ਤੁਹਾਡਾ NRI ਮਹਿਕਮਾ ਵੀ ਹੈ ਜੀ। ਤੇ ਦੂਸਰੇ ਜਿਹੜੇ ਹੈਗੇ ਬਿਲਕੁਲ ਜਿਨ੍ਹਾਂ ਨੂੰ ਆਪਾਂ ਲੋ ਪ੍ਰੋਫਾਈਲ ਕਹਿ ਸਕਦੇ ਹਾਂ, ਖਬਰਾਂ ਵੀ ਨਹੀਂ ਉਹਨਾਂ ਦੀਆਂ ਲੱਗਦੀਆਂ ਬਹੁਤੀਆਂ, ਉਹ ਆ ਲਾਲ ਚੰਦ ਕਟਾਰੂ ਚੱਕ, ਫੂਡ ਸਪਲਾਈ ਦੇ ਮੰਤਰੀ ਹੈ। ਤੁਸੀਂ ਇਹ ਦੇਖੋ ਕਿ ਮੈਂ ਵੇਖਿਆ ਵੀ ਬੰਦੇ ਦਾ ਕੰਮ ਇੰਨਾ ਵਧੀਆ ਕਿ ਉੱਥੇ ਫਿਰ ਮੈਂ ਜਾਣਕਾਰੀ ਹਾਸਲ ਕੀਤੀ ਜੀ, ਪਤਾ ਲੱਗਿਆ ਵੀ ਉਹ ਪਿੰਡ ਦੇ ਸਰਪੰਚ ਵੀ ਰਹੇ, ਇਲੈਕਸ਼ਨਾਂ ਵੀ ਲੜਦੇ ਰਹੇ, ਤੇ ਜਿਹੜੀ ਹੈਗੀ ਆਪਣੀ ਪਾਸਲਾ ਗਰੁੱਪ ਮਾਰਕਸੀ ਪਾਰਟੀ ਵਾਲਾ, ਉਹਦੇ ਵੱਲੋਂ ਚੋਣਾਂ ਲੜਦੇ ਰਹੇ, ਉਹਦੇ ਮੈਂਬਰ ਰਹੇ। ਐਵੇਂ ਕੁਲਦੀਪ ਸਿੰਘ ਢਾਲੀਵਾਲ ਹੋਰੀ ਵੀ ਇਹ ਸਟੂਡੈਂਟ ਮੂਵਮੈਂਟ ਦੇ ਵਿੱਚੋਂ ਆਏ ਲੀਡਰ ਹੈ। ਆਪਾਂ ਕਿੰਨੇ ਵਾਰੀ ਕਿਹਾ ਕਿ ਅੱਜ ਜਿਹੜਾ ਕ੍ਰਾਈਸਿਸ ਹੈ ਨਾ, ਜਿਹੜਾ ਲੀਡਰਸ਼ਿਪ ਦਾ ਕ੍ਰਾਈਸਿਸ ਹੈ, ਉਹ ਕ੍ਰਾਈਸਿਸ ਹੈ ਹੀ ਇਸ ਕਰਕੇ ਕਿਉਂਕਿ ਜਿੱਥੋਂ ਲੀਡਰ ਬਣਨੇ ਆ ਸਕੂਲਾਂ ਕਾਲਜਾਂ ਦੇ ਵਿੱਚੋਂ, ਯੂਨੀਵਰਸਿਟੀਆਂ ਦੇ ਵਿੱਚੋਂ ਚੋਣਾਂ ਨਹੀਂ ਹੋ ਰਹੀਆਂ। ਜਿਹੜੇ ਬੰਦੇ ਉਸ ਵੇਲੇ ਲਹਿਰਾਂ ਨਾਲ ਜੁੜੇ ਸੀ ਉਹਨਾਂ ਦਾ ਚੰਗਾ ਤਜਰਬਾ ਹੈ ਜੀ। ਸੋ ਇੱਥੇ ਮੇਰੇ ਖਿਆਲ ਮੁਤਾਬਕ ਵੀ ਤਜਰਬੇ ਦੀ ਕਮੀ ਕਰਕੇ ਹੁਣ ਕਈ ਵਾਰੀ ਜਿਵੇਂ ਤੁਸੀਂ ਗੱਲ ਦੱਸੀ ਹੈ ਵੀ ਉਹ ਤਾਂ ਵਿਧੀ ਪਾਲਿਕਾ ਦੇ ਮੁਖੀ ਹੋਣ ਦੇ ਨਾਤੇ ਵਜ਼ੀਰ ਉਹਨਾਂ ਨੂੰ ਫਤਿਹ ਬੁਲਾਉਂਦੇ, ਮਿਨਿਸਟਰ ਚੀਫ ਮਿਨਿਸਟਰ ਫਤਿਹ ਬੁਲਾਉਂਦਾ। ਹਾਂ, ਉਹ ਕਿਹਨੂੰ ਮਰਜ਼ੀ, ਚੀਫ ਮਿਨਿਸਟਰ ਵੀ, ਹਾਂ ਸਪੀਕਰ ਸਾਹਿਬ ਗੱਲ ਕਰਕੇ, ਚੀਫ ਮਿਨਿਸਟਰ ਕਦੇ ਆਪੋਜੀਸ਼ਨ ਨੂੰ ਐਡਰੈਸ ਨਹੀਂ ਹੁੰਦਾ, ਉਹ ਐਡਰੈਸ ਚੇਅਰ ਨੂੰ ਹੁੰਦੇ, ਸਪੀਕਰ ਨੂੰ ਹੁੰਦੇ। ਸਪੀਕਰ ਸਾਹਿਬ ਇਸ ਤਰ੍ਹਾਂ, ਸਪੀਕਰ ਸਾਹਿਬ ਜੇ ਇਜਾਜ਼ਤ ਦੇਣਗੇ ਤਾਂ ਬੋਲਣਗੇ, ਸਪੀਕਰ ਸਾਹਿਬ ਨੇ ਕਹਿੰਦਾ ਬੰਦ ਹੋਣਾ ਪਊਗਾ। ਤੇ ਮੁੱਖ ਮੰਤਰੀ ਦੇ ਤਾਂ ਫਿਰ ਉਹ ਜਿਹੜੀ ਹਵਾੜ ਦੇ ਵਿੱਚੋਂ ਤੁਹਾਨੂੰ ਪਤਾ ਵੀ ਤਬਾਹ ਕਰਨ ਦੀ ਜਦੋਂ ਨਿਕਲਦੀ ਹੈ, ਪਰ ਉੱਥੇ ਜਾ ਕੇ ਉਹ ਵੀ ਮਤਲਬ ਬਿੱਲੀ ਵਰਗਾ ਹੋ ਜਾਂਦਾ। ਹੁਣ ਉਹ ਇਹ ਚਾਹੀਦਾ ਨਹੀਂ ਸੀ, ਇਹਨਾਂ ਨੂੰ ਚਾਹੀਦਾ ਸੀ ਇਹ ਘਰ 'ਚ ਹੀ ਬੈਠ ਕੇ ਚੰਗੀ ਕਰ ਲੈਂਦੇ ਸੀ। ਬਿਲਕੁਲ, ਇਹ ਚਾਹੀਦਾ ਨਹੀਂ, ਕਈ ਗੱਲਾਂ ਖਲਾਰਾ ਪਾਇਆ ਚੰਗਾ ਨਹੀਂ। ਬਿਲਕੁਲ। ਸੋ ਹੁਣ ਜਿਹੜਾ ਖਲਾਰਾ ਦੀ ਗੱਲ ਆਪਾਂ ਕੀਤੀ ਹੈ, ਖਲਾਰਾ ਪਿਆ ਸੀਗਾ ਜੀ ਗਵਰਨਰ ਤੇ ਮੁੱਖ ਮੰਤਰੀ ਵਿਚਾਲੇ। ਹਾਂਜੀ, ਉਹ ਕੀ ਬਣਿਆ? SSP ਵਾਲੇ ਨੇ ਤਾਂ ਜਮਾਂ ਹੀ, ਖੈਰ ਗੱਲ ਇਹ ਹੈ ਵੀ ਮੁੱਖ ਮੰਤਰੀ ਸਾਹਿਬ ਨੂੰ ਮੇਰੇ ਖਿਆਲ ਅਹਿਸਾਸ ਹੋ ਗਿਆ ਕਿ ਕੰਮ ਗਲਤ ਹੋ ਗਿਆ। ਅੱਛਾ, ਕਿਉਂਕਿ ਦਾਨੇਵਾਲੀਆ ਸਾਹਿਬ ਇੱਥੇ ਵੀ ਫਿਰ ਗੱਲ ਆ ਗਈ ਕਿ ਜਿਹੜੀ ਸਾਡੀ ਅਫਸਰਸ਼ਾਹੀ ਹੈ ਪੰਜਾਬ ਦੀ, ਉਹ ਜਵਾਬਦੇਹ ਕਿਹਨੂੰ ਹੈ? ਅੱਛਾ ਜੀ,
ਉਹ ਕਿੱਥੇ ਰਿਪੋਰਟ ਕਰਦੀ ਹੈ ਵੀ ਕੀ ਕੁਛ ਹੋਇਆ। ਹੂੰ ਮੁੱਖ ਮੰਤਰੀ ਸਾਹਿਬ ਨੇ ਜਦੋਂ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਕੀਤਾ, ਗਵਰਨਰ ਸਾਹਿਬ ਨੇ ਜਾਂ ਆਪਾਂ ਕਹਿ ਦਈਏ ਪ੍ਰਸ਼ਾਸਕ ਨੇ, ਬਤੌਰ ਪ੍ਰਸ਼ਾਸਕ ਚੰਡੀਗੜ੍ਹ ਦੇ ਵੀ ਜਾਓ ਜੀ ਤੁਹਾਡੀ ਲੋੜ ਨਹੀਂ, ਤੇ ਹਰਿਆਣਾ ਦੀ ਇੱਕ ਲੜਕੀ ਨੂੰ ਉਹਨਾਂ ਨੇ ਐਕਟਿੰਗ SSP ਲਾਤਾ, ਚਾਰਜ ਦਿੱਤਾ ਚੰਡੀਗੜ੍ਹ ਦਾ। ਹਾਂ, ਐਕਟਿੰਗ ਹੀ ਲਾਤਾ, ਮਤਲਬ ਚਾਰਜ ਦਿੱਤਾ ਵੀ ਤੁਸੀਂ ਵੀ ਬਸ ਸੰਭਾਲਣ ਲੱਗੇ। ਤੇ ਮੁੱਖ ਮੰਤਰੀ ਸਾਹਿਬ ਇੱਕਦਮ ਮਤਲਬ ਜਿਹੜਾ ਹੈਗਾ ਤੈਸ਼ 'ਚ ਆ ਗਏ ਤੇ ਉਹਨਾਂ ਨੇ ਜੀ ਇੱਕ ਗਰਮਾ ਗਰਮ ਕੁਲਫੀ ਗਰਮਾ ਗਰਮ ਦੀ ਬਜਾਏ ਚਿੱਠੀ ਗਰਮਾ ਗਰਮ ਕਰਤੀ। ਉਹ ਚਿੱਠੀ ਗਰਮਾ ਗਰਮ ਜਦੋਂ ਗਈ ਗਵਰਨਰ ਸਾਹਿਬ ਕੋਲੇ ਪੜ੍ਹੀ, ਆਪਾਂ ਨੂੰ ਵੀ ਇਸ ਗੱਲ ਦਾ ਲੱਗਿਆ ਵੀ ਪੰਜਾਬ ਤੋਂ ਤਾਂ ਯਾਰ ਅਸੀਂ ਆਪਦਾ ਹੱਕ ਹੀ ਛੱਡਦੇ ਜਾ ਰਹੇ। ਸਾਡੇ ਸਿਆਸਤਦਾਨਾਂ ਨੇ ਪੰਜਾਬ ਦੀ ਹਾਲਤ ਇਹ ਬਣਾ ਦਿੱਤੀ ਹੈ ਕਿ ਅਸੀਂ ਚੰਡੀਗੜ੍ਹ ਜਿਹੜਾ ਸਾਡੀ ਰਾਜਧਾਨੀ ਬਣੀ ਸੀ, ਜੇ ਇਹਨੂੰ ਛੱਡੀ ਜਾਂਦੇ ਤਾਂ ਗੱਲ ਗਲਤ ਹੋ ਗਈ, ਤਾਂ ਨਹੀਂ, ਠੀਕ ਨਹੀਂ ਹੈਗਾ। ਆਪਾਂ ਇਹਦੇ ਤੇ ਕਿੰਤੂ ਪ੍ਰੰਤੂ ਕੀਤਾ, ਸਾਰਿਆਂ ਨੇ ਕੀਤਾ। ਲਓ ਜੀ, ਗਵਰਨਰ ਸਾਹਿਬ ਨੇ ਫਿਰ ਇੱਕ ਚਿੱਠੀ ਬੰਬ ਭੇਜਤਾ। ਉਹ ਕਹਿੰਦੇ ਵੀ ਮੇਰੇ ਖਿਆਲ ਮੁਤਾਬਕ ਮੁੱਖ ਮੰਤਰੀ ਜੀ ਤੁਸੀਂ ਜਿਹੜੇ ਹੈਗੇ ਆ ਤੁਹਾਨੂੰ ਹਕੀਕਤ ਦਾ ਪਤਾ ਨਹੀਂ, ਸਥਿਤੀਆਂ ਤੋਂ ਵਾਕਿਫ ਨਹੀਂ, ਤੁਹਾਨੂੰ ਜਿਹੜੀ ਹੈਗੀ ਹੈ ਤੁਹਾਡੇ ਅਹਿਲਕਾਰਾਂ ਨੇ ਗੱਲ ਦੱਸੀ ਨਹੀਂ। ਉਹਨਾਂ ਨੇ ਫਿਰ ਪੂਰੇ ਵਿਸਥਾਰਪੂਰਵਕ ਦੱਸਤਾ ਕਿ ਜਦੋਂ ਸਾਡੇ ਕੋਲੇ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਆਈ SSP ਕੁਲਦੀਪ ਸਿੰਘ ਚਾਹਲ ਦੀ, ਤੇ ਉਸ ਸ਼ਿਕਾਇਤ ਦਾ ਹਵਾਲਾ ਦੇ ਕੇ ਮੈਂ ਟੈਲੀਫੋਨ ਖੁਦ ਕੀਤਾ ਪੰਜਾਬ ਦੇ ਚੀਫ ਸੈਕਟਰੀ BK ਜੰਜੂਆ ਸਾਹਿਬ ਨੂੰ। ਨਾਲ ਕਹਿੰਦੇ ਵੀ ਮੈਂ ਇਹ ਗੱਲ ਕਹੀ ਕਿ ਸਾਡਾ DGP ਯੂਨੀਅਨ ਟੈਰੀਟਰੀ ਚੰਡੀਗੜ੍ਹ ਦਾ DGP ਆਪ ਆ ਕੇ ਤੁਹਾਨੂੰ ਸਾਰੀ ਗੱਲ ਤੋਂ ਵਾਕਿਫ ਕਰਵਾਊਗਾ। ਤੇ ਸ਼ਾਮ ਨੂੰ DGP ਵੀ ਚਲਾ ਗਿਆ। DGP ਨੇ ਜਾ ਕੇ ਸਾਰੀ ਗੱਲ ਦੱਸਦੀ। ਉਸ ਤੋਂ ਬਾਅਦ ਜਿਹੜੇ ਪ੍ਰਸ਼ਾਸਕ ਦੇ, ਗਵਰਨਰ ਦੇ ਮਤਲਬ ਸਲਾਹਕਾਰ ਹੈ ਚੰਡੀਗੜ੍ਹ ਦੇ, ਉਹ ਚੰਡੀਗੜ੍ਹ ਦੇ ਅਸਲ ਤਾਂ ਜਿਹੜੇ ਐਗਜ਼ੈਕਟਿਵ ਮੁਖੀ ਤਾਂ ਹੋਈ ਹੁੰਦੇ, ਉਹਨਾਂ ਨੇ ਵੀ ਸਾਰਾ ਕੁਝ ਇਨਫੋਰਮ ਕਰਤਾ। ਤੇ ਆਪਣੇ ਚੀਫ ਸੈਕਟਰੀ ਸਾਹਿਬ ਨੇ ਕਹਿੰਦੇ ਇਹ ਗੱਲ ਕਹੀ ਵੀ ਚੰਡੀਗੜ੍ਹ ਦੇ ਅਫਸਰਾਂ ਨੂੰ ਕਿ ਕੁਲਦੀਪ ਸਿੰਘ ਚਾਹਲ ਦੀ ਅਗਲੇ ਦਿਨਾਂ ਦੇ ਵਿੱਚ ਪ੍ਰਮੋਸ਼ਨ ਹੋਣ ਵਾਲੀ ਹੈ, DIG ਬਣਨ ਵਾਲੇ, ਬਸ ਤੁਸੀਂ ਸਾਨੂੰ ਇੰਨਾ ਕੁ ਮੌਕਾ ਦੇ ਦਿਓ ਕਿ ਅਸੀਂ ਤੁਹਾਨੂੰ ਪੈਨਲ ਤਾਂ ਭੇਜਾਂਗੇ ਤੇ ਉਹ ਠਹਿਰ ਕੇ ਭੇਜ ਦਿਆਂਗੇ, ਤੁਸੀਂ ਕਾਹਲੀ ਨਾ ਕਰੋ। ਸ਼ਾਇਦ ਉਹ ਮੇਰਾ ਖਿਆਲ ਹੈ ਵੀ ਕੋਈ ਤਲਖ ਕਲਾਮੀ ਜ਼ਿਆਦਾ ਹੀ ਹੋ ਗਈ ਹੋਵੇ ਜਾਂ ਕੋਈ ਕਿਸੇ ਦਾ ਗੰਭੀਰ ਮਾਮਲਾ ਹੋਵੇ। ਉਹਨਾਂ ਨੇ ਦੇਖਿਆ ਵੀ ਸਾਡੇ ਕੋਲ ਕੋਈ ਪੈਨਲ ਨਹੀਂ ਆਇਆ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਉਹਨਾਂ ਨੂੰ ਫਾਰਗ ਕਰਤਾ ਵੀ ਜਾਓ ਜੀ ਤੁਸੀਂ, ਕਿਉਂਕਿ ਪੈਨਲ ਦਾ ਫਿਰ ਮੁੱਖ ਮੰਤਰੀ ਸਾਹਿਬ ਤਾਂ ਉਧਰ ਫਿਰਦੇ, ਪੈਨਲ ਕਿੱਥੋਂ ਭੇਜਦੇ? ਹਾਂ, ਪੈਨਲ ਕਿੱਥੋਂ ਭੇਜਦੇ? ਹੁਣ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦਾ ਇਹਦਾ ਮਤਲਬ ਇਲਮ ਨਹੀਂ ਸੀ। ਜੇ ਮੁੱਖ ਮੰਤਰੀ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਚੀਫ ਸੈਕਟਰੀ ਨੂੰ ਸਾਰਾ ਕੁਝ ਬਰੀਫ ਕੀਤਾ ਵਾ। ਹਾਲਾਂਕਿ ਮਾਲਵਿੰਦਰ ਸਿੰਘ ਕੰਗ ਹੋਰਾਂ ਨੇ ਕਹਿ ਦਿੱਤਾ ਜੀ ਵੀ ਇਹ ਚਿੱਠੀ ਨਹੀਂ ਭੇਜੀ ਪਰ ਚੀਫ ਸੈਕਟਰੀ ਨੇ ਤਾਂ ਇਸ ਗੱਲ ਦੀ ਪੁਸ਼ਟੀ ਕਰਤੀ ਵਿੱਚ ਭੇਜੀ ਹੋਈ ਹੈ ਕਿ ਜੀ ਚਿੱਠੀ ਨਹੀਂ ਭੇਜੀ, ਜ਼ਬਾਨੀ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਸੀ। ਜਿਹੜੀਆਂ ਚੀਜ਼ਾਂ ਹੁਣ ਆਪਾਂ ਜ਼ਬਾਨੀ ਤੌਰ ਤੇ ਇੱਕ ਦੂਜੇ ਨੂੰ ਕਹਿ ਦਿੰਦੇ ਕਿ ਜੀ ਭੇਜੋ, ਉਹ ਵੀ ਮੰਨਣੀਆਂ ਪੈਂਦੀਆਂ। ਹੁਣ ਰਿਕਾਰਡ ਹੀ ਹੁੰਦੀ ਉਹ ਵੀ, ਗਵਰਨਰ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ, ਚੀਫ ਸੈਕਟਰੀ ਵੀ ਝੂਠ ਨਹੀਂ ਬੋਲ ਸਕਦੇ। ਇਹਦੇ ਤੇ ਹੁਣ ਦਾਨੇਵਾਲੀਆ ਸਾਹਿਬ ਇਹ ਕਿ ਜਿਹੜੀ ਚਿੱਠੀ ਲਿਖੀ ਗਈ ਉਹ ਇਸ ਕਰਕੇ ਲਿਖੀ ਗਈ ਕਿ ਗਵਰਨਰ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਸੀ। ਇਹਦਾ ਮਤਲਬ ਹੈ ਕਿ ਚੀਫ ਸੈਕਟਰੀ ਨੇ ਰਿਪੋਰਟ ਕਿਤੇ ਹੋਰ ਕਰਤੀ। ਅੱਛਾ, ਰਿਪੋਰਟ ਗਲਤ ਭੇਜ ਵੀ ਉਹਨਾਂ ਨੇ ਕਿਸੇ ਨੂੰ ਹੋਰ ਦੱਸਤਾ ਵੀ ਜੀ ਗਵਰਨਰ ਸਾਹਿਬ ਇਹ ਕਹਿੰਦੇ ਤੇ ਗਾਂ ਜਿਨ੍ਹਾਂ ਨੂੰ ਆਪਾਂ ਨੂੰ ਹੁਣ ਪਤਾ ਨਹੀਂ ਵੀ ਕਿਹਨੂੰ ਕਿਹਾ, ਜਿਨ੍ਹਾਂ ਨੂੰ ਕਹਿ ਦਈਏ ਤੇ ਸੁਭਾਅ ਉਹਨਾਂ ਦਾ ਵੀ ਗਵਰਨਰ ਨਾਲ ਤਾਂ ਲੈਫਟੀਨੈਂਟ ਗਵਰਨਰ ਨਾਲ ਵੀ ਮਿਲਦਾ ਨਹੀਂ। ਹਾਂ, ਠੀਕ ਹੈ। ਉੱਥੋਂ ਮੇਰਾ ਖਿਆਲ ਹੈ ਵੀ ਛੱਡੋ ਪਰੇ, ਕਿਆ ਕਰੇਗਾ ਤੇ ਕੱਲ ਵੀ ਮੈਂ ਤੁਹਾਨੂੰ ਦੱਸੀ ਸੀਗੀ ਵੀ ਬੰਦੇ ਨੇ ਪੱਤਰਕਾਰੀ ਵੀ ਕੀਤੀ ਹੈ, ਉਹਨੇ ਆਪਦਾ ਜੌਹਰ ਦਿਖਾਤਾ। ਸਕੂਲ ਉਹਨੇ ਦੋਨੇ ਲਏ ਵੀ ਹੈ, ਗਵਰਨਰ ਸਾਹਿਬ ਨੇ ਕਾਂਗਰਸ ਵਾਲਾ ਸਕੂਲ ਵੀ ਲਿਆ, ਯੂਨੀਵਰਸਿਟੀ RSS ਵਾਲੀ ਵੀ ਲਈ ਵੀ ਹੈ। ਠੀਕ ਹੈ, ਉਹਨਾਂ ਨੇ ਸਾਰਾ ਕੁਝ ਕਰਤਾ। ਤੇ ਕੱਲ ਫਿਰ ਗਵਰਨਰ ਆਪਣੇ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਟੋਲ ਪਲਾਜ਼ੇ ਨੂੰ ਮੁਕਤ ਕਰਾਉਣ ਗਏ ਸੀ। ਢਿੱਲੋਂ ਸਾਹਿਬ ਜੀ ਅੱਜ ਰੇਲ ਗੱਡੀ ਲੈਣ ਜਾਵੜੇ ਕੋਲੇ ਵਾਲੀ ਰੋਪੜ। ਅੱਛਾ ਜੀ, ਇਹਦਾ ਮਤਲਬ ਕੋਈ ਮਸਲਾ ਹੀ ਹੈ ਨਹੀਂ ਪੰਜਾਬ 'ਚ। ਲਤੀਫਪੁਰੇ ਤੁਸੀਂ ਨਹੀਂ ਜਾ ਸਕਦੇ, ਨਕੋਦਰ ਤੁਸੀਂ ਨਹੀਂ ਜਾ ਸਕਦੇ, ਜਿੱਥੇ ਲਾ ਐਂਡ ਆਰਡਰ ਦੀ ਸਥਿਤੀ ਹੈ। ਬਰਗਾੜੀ ਵਾਲੇ ਤੁਹਾਡਾ ਜੰਮੂ ਕਾਂਡ ਦਾ ਹਾਈਵੇ ਰੋਕੀ ਬੈਠੇ ਆ, ਤੁਸੀਂ ਉਹਦੇ ਲਈ ਕੋਈ ਮੀਟਿੰਗ ਨਹੀਂ ਕਾਲ ਕਰ ਰਹੇ ਜੀ। ਤੇ ਬਠਿੰਡੇ ਪਿਸਤੌਲ ਲੱਭੀ ਜਾ ਰਹੇ ਨੇ ਪੁਲਿਸ ਨੂੰ, ਬਾਹਰੋਂ ਅਸਲਾ ਆ ਰਿਹਾ। ਅਸਲਾ ਵੀ ਕਿਹੜਾ ਆ ਰਿਹਾ? ਸਸਤਾ, ਜਿਹੜਾ ਹਰੇਕ ਹੀ ਡੱਬੇ 'ਚ। ਇਹ ਕਿਹੜਾ ਲੱਖਾਂ ਦੇ ਪਿਸਤੌਲ ਹੈ? ਪਰ 10-10 ਹਜ਼ਾਰ 15-15 ਹਜ਼ਾਰ ਵਾਲੇ ਪਿਸਤੌਲ ਆਈ ਜਾਂਦੇ ਆ। ਪਰ ਦਾਨੇਵਾਲੀਆ ਸਾਹਿਬ ਜਿਹੜੀ ਮੈਂ ਅੱਜ ਕਿਸੇ ਅਖਬਾਰ ਦੇ ਵਿੱਚ ਪੜ੍ਹਿਆ ਵੀ ਜਿਹੜੀ ਉਹਦੀ ਮਾਰੂ ਸਮਰੱਥਾ ਹੈ,
ਉਹ ਜਿਹੜੇ ਅਸਲ ਹੈ ਨਾ ਬਲੈਤੀ ਪਿਸਤੌਲਾਂ ਨਾਲ ਵੱਧ ਉਹਨਾਂ ਦਾ ਢਿੱਲੋਂ ਸਾਹਿਬ ਇਹ ਹਮੇਸ਼ਾ ਹੀ ਹੁੰਦੀ ਹੈ ਜੀ, ਕਿਉਂਕਿ ਉਹਨਾਂ ਨੇ ਤਾਂ ਬਣਾਉਣਾ ਜੀ ਵੀ ਇੰਨੇ ਸੂਤ ਜਿਹੜੀ ਹੈ ਪਿੰਨ ਅੰਦਰ ਬੜੇ, ਹਾਂਜੀ ਇਹਨਾਂ ਦੇ ਸੂਤ ਹੀ ਨਹੀਂ ਹੁੰਦੇ, ਇਹ ਤਾਂ ਵਿੱਚ ਕਾਰਤੂਸ ਦੇ ਵਿੱਚ ਦੀ ਮੋਰੀ ਕੱਢ ਦਿੰਦੇ, ਇਹ ਤਾਂ ਬੇਸੁੱਤੇ। ਤੁਹਾਨੂੰ ਬੇਸੁੱਤੇ ਹੈ ਇਹ, ਠੀਕ ਹੈ, ਭਿੱਜੇ ਕਾਰਤੂਸ ਚਲਾ ਦਿੰਦੇ ਇਹ ਤਾਂ 12 ਬੋਰ ਦਾ ਭਿੱਜਿਆ ਕਾਰਤੂਸ ਜਿਹੜਾ ਕੈਰੀ ਨਾਲ ਚਲਾਉਂਦੀ ਹੈ ਨਾ ਜੀ, ਉਹ ਦੂਰੀ ਨਾਲ ਨਹੀਂ ਚਲਾਉਂਦੀ, ਭੁਲੇਖੇ ਨਾ ਰਹੋ। ਨਹੀਂ ਕੈਰੀ, ਮੈਨੂੰ ਤਾਂ ਕੋਈ ਭੁਲੇਖਾ ਨਹੀਂ, ਕੈਰੀ ਨਾਲ ਤਾਂ ਮੇਰਾ ਵੀ ਬਹੁਤ ਤਜਰਬਾ ਹੈ। ਤਕੜੀ ਕਿੱਲ ਜਿੱਡਾ ਉਹਦਾ ਪਿੰਨ ਹੁੰਦਾ, ਫਾਇਰਿੰਗ ਪਿੰਨ, ਤੇ ਜਿਹੜੇ ਦੇਸੀ ਉਹ ਵੱਧ ਹੀ ਬਣਾਉਂਦੇ ਆ। ਹਾਂਜੀ ਹਾਂਜੀ, ਵੀ ਉਹ ਹੇਠਾਂ ਕਿਤੇ ਵੇਲੇ ਕੋਲੇ ਇਹ ਨਾ ਹੋਵੇ ਵੀ ਉਧਰੋਂ ਚਲਾਉਣ ਲੱਗੇ ਧੋਖਾ ਨਾ ਦੇ ਦੇ, ਇਹ ਤਾਂ ਵਿੱਚ ਦੀ ਮੋਰੀ ਕੱਢ ਦਿੰਦੇ ਗਾਂ ਨੂੰ। ਔਰ ਇਕੱਲਾ ਬਠਿੰਡੇ ਦੀ ਇਹ ਪਿਸਤੌਲ ਤਾਂ ਮੇਰੇ ਖਿਆਲ ਪੰਜਾਬ ਦੇ ਵਿੱਚ, ਮੱਧ ਪ੍ਰਦੇਸ਼ 'ਚ ਸਾਰੇ ਥਾਵਾਂ ਤੋਂ ਹੀ ਆ ਰਹੇ ਹੈ। ਆਹੀ ਤਾਂ ਪਹਿਲਾਂ ਬਿਹਾਰ ਤੇ ਉਧਰ ਜਾਂਦੇ ਸੀ, 25 30 ਪਿਸਤੌਲ, 40 ਪਿਸਤੌਲਾਂ ਦੀ ਜਿਹੜੀ ਬਰਾਮਦਗੀ ਹੋ ਰਹੀ ਹੈ, ਫਿਰ ਦੱਸੋ ਇਹ ਆ ਰਹੇ ਆ ਸਾਰੇ ਮੱਧ ਪ੍ਰਦੇਸ਼ ਦੇ ਵਿੱਚ ਆ ਰਹੇ, ਮੱਧ ਪ੍ਰਦੇਸ਼ 'ਚ ਆ ਰਹੇ ਆ। ਆਪਾਂ ਇਹਦੀ ਗੱਲ ਕਰਦੇ ਸੀ। ਖੈਰ ਉਹ ਜਦੋਂ ਉੱਥੇ ਪੁੱਛ ਲਿਆ ਪੱਤਰਕਾਰਾਂ ਨੇ ਵੀ ਜੀ ਤੁਹਾਡੇ ਫਿਰ ਗਵਰਨਰ ਸਾਹਿਬ ਨਾਲ ਸੰਬੰਧ ਕਿਹੋ ਜਿਹੇ, ਕਹਿੰਦੇ ਬੜੇ ਨਾਰਮਲ ਹੈ। ਸਾਡਾ ਤਾਂ ਕਹਿੰਦੇ ਗਵਰਨਰ ਸਾਹਿਬ ਦੇ ਨਾਲ ਕੋਈ ਟਕਰਾਅ ਹੀ ਹੈ ਨਹੀਂ, ਪਿਆਰ ਹੈ, ਮੋਹ ਪੂਰਾ ਪਿਆਰ। ਹੁਣ ਗੱਲ ਕੀ ਹੈ ਵੀ ਪਹਿਲਾਂ ਤੁਸੀਂ ਉਹ ਚਿੱਠੀ ਗਰਮਾ ਗਰਮ ਭੇਜਤੀ ਤੇ ਫਿਰ ਟਕਰਾਅ ਮੁੱਕ ਗਿਆ, ਇਹਦਾ ਮਤਲਬ ਹੈ ਵੀ ਮੁੱਖ ਮੰਤਰੀ ਸਾਹਿਬ ਨੂੰ ਅਹਿਸਾਸ ਹੋ ਗਿਆ ਕਿ ਭਾਈ ਇਹ ਜਿਹੜਾ ਨਾ ਕਾਹਲੀ ਨਹੀਂ ਕਰਨੀ ਚਾਹੀਦੀ, ਕਿਉਂਕਿ ਗਵਰਨਰ ਦਾ ਜੀ ਤੇ ਮੁੱਖ ਮੰਤਰੀ ਦਾ ਰਿਸ਼ਤਾ ਜਿਹੜਾ ਬੜਾ ਨਾਜ਼ੁਕ ਹੁੰਦਾ ਹੈ ਤੇ ਬੜਾ ਪਿਆਰ ਵਾਲਾ ਹੁੰਦਾ ਹੈ। ਦਾਨੇਵਾਲ ਸਾਹਿਬ, ਆਮ ਆਦਮੀ ਪਾਰਟੀ ਪਹਿਲੀ ਵਾਰ ਆਈ ਹੈ ਜੀ। ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਸਾਂਝੇ ਪੰਜਾਬ ਵੇਲੇ ਤੇ ਜ਼ਿਆਦਾ ਸਮਾਂ ਰਾਜ ਇੱਥੇ ਕਾਂਗਰਸ ਪਾਰਟੀ ਨੇ ਕੀਤਾ ਹੈ। ਬਿਲਕੁਲ, ਕਾਂਗਰਸੀਆਂ ਸਰਕਾਰਾਂ ਹੁੰਦੀਆਂ ਸੀ 1967 ਤੋਂ ਪਹਿਲਾਂ, ਫਿਰ ਰਲਮੀਆਂ ਮਿਲਮੀਆਂ ਸਰਕਾਰਾਂ ਬਣਨ ਲੱਗੀਆਂ, ਕਦੇ ਕਾਂਗਰਸ ਦੀ ਬਣ ਗਈ ਤੇ ਕਦੇ ਅਕਾਲੀ ਦਲ ਦੀ ਤੇ ਭਾਜਪਾ ਦੀ ਬਣ ਗਈ। ਜਦੋਂ ਕਾਂਗਰਸ ਦਾ ਰਾਜ ਹੁੰਦਾ ਸੀ ਸਰਕਾਰ ਇੱਥੇ ਬਣ ਜਾਂਦੀ ਸੀ ਅਕਾਲੀ ਦਲ ਦੀ ਤੇ ਗਵਰਨਰ ਤਾਂ ਕਾਂਗਰਸ ਆਪ ਦਾ ਲਾਉਂਦੀ ਹੁੰਦੀ ਸੀ। ਬਿਲਕੁਲ ਬਿਲਕੁਲ। ਤੇ ਜਦੋਂ ਕਾਂਗਰਸ ਦੀ ਸਰਕਾਰ ਬਣ ਜਾਂਦੀ ਸੀ ਤੇ ਸੈਂਟਰ ਦੇ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਤੇ ਗਵਰਨਰ ਉਹ ਆਪਦਾ ਲਾਉਂਦਾ ਸੀ। ਲੇਕਿਨ ਤੁਸੀਂ ਇਹ ਦੇਖੋ ਕਿ ਉਹਨਾਂ ਮੁੱਖ ਮੰਤਰੀਆਂ ਦਾ ਜਿਨ੍ਹਾਂ ਦੇ ਹੁਣ ਮੈਂ ਨਾਂ ਲੈ ਸਕਦਾ, ਗਿਆਨੀ ਜੈਲ ਸਿੰਘ ਤਾਂ ਖੈਰ ਰਹੀ ਕਾਂਗਰਸ ਦੀ ਹੁਕੂਮਤ ਵੇਲੇ ਹੈ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ 70 ਚ ਵੀ ਰਿਹਾ ਤੇ 77 ਚ ਵੀ ਬਣ ਗਏ ਸੀ। ਤੇ ਬਾਦਲ ਸਾਹਿਬ ਤੋਂ ਬਾਅਦ ਫਿਰ ਆ ਗਏ ਜੀ ਦਰਬਾਰਾ ਸਿੰਘ ਦੀ ਜਿਹੜੀ ਸਰਕਾਰ ਨੂੰ ਤੋੜੇ ਹੀ ਉਹਨਾਂ ਦੀ ਆਪਦੀ ਪਾਰਟੀ ਨੇ ਸੀ ਜੀ। ਲੰਬਾ ਸਮਾਂ ਫਿਰ ਇੱਥੇ ਗਵਰਨਰ ਰਾਜ ਰਿਹਾ। ਸੁਰਜੀਤ ਸਿੰਘ ਬਰਨਾਲਾ ਜਦੋਂ ਗਵਰਨਰ ਆਪਣੇ ਬਣੇ ਮੁੱਖ ਮੰਤਰੀ ਬਣੇ ਹੈ, ਉਦੋਂ ਸਰਕਾਰ ਜਿਹੜੀ ਹੈਗੀ ਹੈ ਰਲਮੀ ਮਿਲਮੀ ਜੀ ਸੀ ਉੱਪਰ, ਜਿਹੜੀ ਇੱਕ ਸੀ ਤੱਕ ਰਲਮੀ ਮਿਲਮੀ ਮੈਂ ਇਸ ਕਰਕੇ ਕਹਿੰਦਾ ਕਿ ਸੁਰਜੀਤ ਸਿੰਘ ਬਰਨਾਲਾ ਦੇ ਤਾਲੁਕਾਤ ਵੀ ਰਾਜੀਵ ਗਾਂਧੀ ਨਾਲ ਚੰਗੇ ਸੀ। ਬਿਲਕੁਲ, ਇਦਾਂ ਤਾਂ ਕੇਂਦਰ ਨਾਲ ਤਾਂ ਵੈਸੇ ਸਾਰੇ ਚੰਗੇ ਸੀ। ਹਾਂ, ਮਤਲਬ ਕੈਪਟਨ ਅਮਰਿੰਦਰ ਸਿੰਘ ਦੇ ਜ਼ਮਾਨੇ ਦੇ ਵਿੱਚ ਵੀ ਆਪਣੇ ਜਿਹੜੇ ਹੈਗੇ ਆ ਬਬਨੌਰ ਸਾਹਿਬ, ਉਹ ਵੀ ਬੀਜੇਪੀ ਦੇ ਰਹੇ। ਸਾਰੇ ਮੁੱਖ ਮੰਤਰੀਆਂ ਦੇ ਤਾਲੁਕਾਤ ਅੱਛੇ ਰਹੇ ਜੀ। ਜੇ ਕਿਤੇ ਕਈ ਵਾਰੀ ਹੁਣ ਉਹਨਾਂ ਦੇ ਉਹ ਦਸਤਖਤ ਵਗੈਰਾ ਨਹੀਂ ਵੀ ਕਰਦੇ ਤਾਂ ਉਹ ਐ ਨਹੀਂ ਕਰਦੇ ਸੀ ਵੀ ਇਹਨੇ ਦਸਤਖਤ ਨਹੀਂ ਕੀਤੇ ਜੀ, ਗਵਰਨਰ ਸਾਹਿਬ ਭਾਜਪਾ ਦੇ ਲਾਏ, ਬਸ ਇੰਨੀ ਕਹਿ ਦਿੰਦੇ ਸੀ। ਤੇ ਇਹਦੇ ਚ ਨਾ ਬਹੁਤ ਤਹੱਮਲ ਨਾਲ ਚੱਲਣਾ ਚਾਹੀਦਾ। ਬੜੇ ਨਾਜ਼ੁਕ ਰਿਸ਼ਤੇ ਹੁੰਦੇ ਨਾ ਨਾਜ਼ੁਕ ਰਿਸ਼ਤਿਆਂ ਦੇ ਵਿੱਚ, ਕਿਉਂਕਿ ਬੜੀਆਂ ਚੀਜ਼ਾਂ ਹੁੰਦੀਆਂ ਜੀ ਜੀ, ਜਿੱਥੇ ਗਵਰਨਰ ਤੇ ਹੁਣ ਸ਼ੁਰੂ ਚ ਦੇਖੋ ਤੁਸੀਂ, ਸ਼ੁਰੂ ਦੇ ਵਿੱਚ ਜਿਹੜੇ ਗਵਰਨਰ ਸਾਹਿਬ ਨੇ ਜਾ ਕੇ ਆਪਣੇ ਕੀ ਹੈ ਤੁਹਾਨੂੰ ਆਪਾਂ ਕਹਾਂਗੇ ਦੀਵਾਨ ਲਾਉਣੇ ਸ਼ੁਰੂ ਕਰਤੇ, ਫਾਜ਼ਿਲਕਾ ਪ੍ਰੈਸ ਕਾਨਫਰੰਸ ਵੀ ਕੀਤੀ ਤੁਹਾਡੇ ਜਿਹੜੀ ਹੈਗੀ ਆ ਉਧਰਲੇ ਪਾਸੇ ਮਾਝੇ ਦੇ ਵਿੱਚ ਜਾ ਕੇ, ਤਾਂ IB ਤੋਂ ਲੈ ਕੇ ਤੇ ਸਾਰੀਆਂ ਏਜੰਸੀਆਂ ਇਕੱਠੀਆਂ ਕਰ ਰਹੀਆਂ, ਇੱਥੇ ਫਾਜ਼ਿਲਕਾ ਹੀ ਕੀਤੀਆਂ ਸੀ, ਉੱਥੇ ਵੀ ਕੀਤੀਆਂ ਜੀ, ਦੋਨੀ ਪਾਸੇ ਕੀਤੀਆਂ। ਫਿਰ ਉਹਨਾਂ ਨੇ ਇਹ ਵੀ ਕਹਿਤਾ ਸੀ ਜੀ ਮੈਂ ਤਾਂ ਲੋਕਾਂ ਤੋਂ ਜਿਹੜੀ ਹੈਗੀ ਆ ਲੋਕਾਂ ਨਾਲ ਗੱਲ ਕਰਦਾ। ਫਿਰ ਇੱਕ ਵਾਰੀ ਗਵਰਨਰ ਸਾਹਿਬ ਨੇ ਇਹ ਵੀ ਕਹਿਤੀ ਸੀ ਕਿ ਮੈਂ ਨਸ਼ਿਆਂ ਬਾਰੇ ਅਫਸਰਾਂ ਨੂੰ ਸਮਝਾਉਣਾ, ਜਦੋਂ ਨੂੰ ਸਮਝਦੇ ਪਤਾ ਹੀ ਨਹੀਂ ਲੱਗਦਾ ਬਦਲੀ ਕਦੋਂ ਹੋ ਜਾਂਦੀ ਹੈ, ਫਿਰ ਬਾਅਦ ਦੇ ਵਿੱਚ ਬਦਲੀਆਂ ਵੀ ਕਰ ਦਿੰਦੇ। ਇਹ ਸ਼ੁਰੂ ਤਾਲੁਕਾਤ ਚੰਗੇ ਸੀ ਸ਼ੁਰੂ ਦੇ ਵਿੱਚ, ਲੇਕਿਨ ਭਗਵੰਤ ਸਿੰਘ ਮਾਨ ਦੀ ਵੈਸੇ ਆਪਦੀ ਆਦਤ ਚੰਗੀ ਹੈ, ਆਪ ਨਹੀਂ ਕਿਤੇ ਕਿਸੇ ਨਾਲ ਵਿਗਾੜਦੇ, ਪਰ ਉਹ ਕਈ ਵਾਰੀ ਨਾ ਵੀ ਚੱਕੀ ਹੋਈ ਪੰਚਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਹਾਂਜੀ, ਉਹ ਅੱਜ ਕੱਲ ਭਾਈ ਉਹਨੂੰ ਜਿਹੜੇ ਗਵਰਨਰ ਸਾਹਿਬ ਹੈ, ਜਦੋਂ ਕੇਂਦਰ ਦੇ ਵਿੱਚ ਸਰਕਾਰ ਦੂਜੀ ਹੋਵੇ ਤਾਂ ਫਿਰ ਥਾਣੇਦਾਰ ਹੀ ਬਣ ਜਾਂਦੇ ਨਾ। ਗਵਰਨਰ ਸਾਹਿਬ ਅੱਜ ਕੱਲ ਥਾਣੇਦਾਰ ਹੈ। ਬਿਲਕੁਲ, ਗੱਲ ਤਾਂ ਉਹੀ ਆ ਗਈ ਨਾ, ਫਿਰ ਉਹ ਤਾਂ ਆਹੀ ਤਾਂ ਚੀਜ਼ ਹੈ। ਤਕਰਾਰ ਜਿਹੜਾ ਪੈਦਾ ਹੋਇਆ ਨਾ, ਇਕੱਲੇ ਪੰਜਾਬ ਦੇ ਗਵਰਨਰ ਦਾ ਨਹੀਂ, ਲਗਭਗ ਭਾਰਤ ਦੇ ਵਿੱਚ ਸਾਰੇ ਚ ਸਥਿਤੀ ਇਹ ਪੈਦਾ ਹੋਈ ਬੈਠੀ, ਥਾਣੇਦਾਰੀ ਦਿਖਾਉਂਦੇ। ਕੇਰਲਾ ਦੇ ਵਿੱਚ ਤੁਸੀਂ ਦੇਖੋ, ਕੇਰਲਾ ਦੇ ਵਿੱਚ ਸਟੇਟਾਂ ਜਿਹੜੀਆਂ ਤੁਸੀਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਗਵਰਨਰ ਹੁੰਦੇ ਸੀ, ਉਹਨਾਂ ਨੇ ਰੈਜੂਲੇਸ਼ਨ ਹੀ ਪਾਸ ਕਰਤਾ ਕੇਰਲਾ ਦੀ ਅਸੈਂਬਲੀ ਨੇ ਕਿ ਜੀ ਅਸੀਂ ਨਹੀਂ ਚਾਂਸਲਰ ਮੰਨਦੇ, ਮੁੱਖ ਮੰਤਰੀ ਹੋਊਗਾ। ਬੰਗਾਲ ਵਾਲਿਆਂ ਨੇ ਕਰਤਾ ਸੀ, ਬੰਗਾਲ ਵਾਲਿਆਂ ਨੇ ਕੀਤਾ। ਹਾਲਾਂਕਿ ਰੈਜੂਲੇਸ਼ਨ ਅਸੈਂਬਲੀ ਨੇ ਪਾਸ ਕਰਤਾ, ਪਰ ਉਹ ਰੈਜੂਲੇਸ਼ਨ ਉਨੀ ਦੇਰ ਤੱਕ ਐਕਟ ਨਹੀਂ ਬਣਦਾ ਜਿੰਨੀ ਦੇਰ ਗਵਰਨਰ ਉਹ ਤੇ ਸਹੀ ਨਾ ਪਾਵੇ, ਭੇਜਣਾ ਫਿਰ ਉਹਦੇ ਕੋਲੇ। ਪਰ ਉਹਨੇ ਆਪਣਾ ਇੱਕ ਕਿਸਮ ਦਾ ਪ੍ਰੋਟੈਸਟ ਜ਼ਾਹਰ ਕਰਤਾ। ਸੋ ਇੱਕ ਬ੍ਰੇਕ ਲੈ ਲਈਏ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।
ਤੇ ਫਿਰ ਬ੍ਰੇਕ ਤੋਂ ਬਾਅਦ ਮੁਲਾਕਾਤ ਹੋਏਗੀ ਤੁਹਾਡੇ ਨਾਲ ਜੀ। ਜਵਾਬ ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੇਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ। ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਹੁਣ ਗੱਲ ਕਰਦੇ ਹਾਂ ਜੀ ਮਾਨ ਸਰਕਾਰ ਢਿੱਲੋਂ ਸਾਹਿਬ ਫਿਰ ਧਰਨਿਆਂ ਦੇ ਵਿੱਚ ਘਿਰ ਕੇ ਰਹਿ ਗਈ। ਪਹਿਲਾਂ ਬਾਦਲ ਘਿਰੇ ਜਿਹੜੇ ਤੇ ਫਿਰ ਕੈਪਟਨ ਤੇ ਹੁਣ ਸਾਰੇ ਪਾਸੇ ਘਿਰੇ ਪਏ। ਦੇਖੋ ਗੱਲ ਇਹ ਹੈ ਦਾਨੇਵਾਲੀਆ ਸਾਹਿਬ, ਮਾਨ ਸਰਕਾਰ ਨੂੰ ਬਣਿਆ ਨੂੰ 9 ਮਹੀਨੇ ਅੱਜ 9 ਮਹੀਨੇ ਹੋ ਗਏ। 9 ਮਹੀਨਿਆਂ ਦੇ ਵਿੱਚ ਕਿਉਂਕਿ ਲੋਕਾਂ ਨੇ ਨੂੰ ਇਹਨਾਂ ਤੋਂ ਆਸਾਂ ਉਮੰਗਾਂ ਬਹੁਤ ਜ਼ਿਆਦਾ ਸੀ ਤੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਕਿਉਂ ਸੀ? ਕਿਉਂਕਿ ਪਿਛਲੀਆਂ ਦੋਨਾਂ ਰਵਾਇਤੀ ਪਾਰਟੀਆਂ ਤੋਂ ਲੋਕ ਅੰਬੇ ਪਏ ਸੀ, ਅੱਖੇ ਪਏ ਸੀ। ਉਹ ਕਹਿੰਦੇ ਸੀ ਕਾਲਾ ਚੋਰ ਆ ਜਾਏ, ਇਹਨਾਂ ਨੂੰ ਅਸੀਂ ਹਰਾਉਣਾ। ਤੇ ਇਹਨਾਂ ਨੇ ਵੀ ਲੋਕਾਂ ਨਾਲ ਵਾਅਦੇ ਮੁਆਦੇ ਕਰਨ ਦੇ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਸੀ ਕਿ ਸਭ ਕੁਝ ਹੋਊਗਾ, ਤੁਹਾਡੇ ਮੁਤਾਬਕ ਹੀ ਚੱਲੂਗਾ। ਸਰਦਾਰ ਭਗਵੰਤ ਮਾਨ ਜੀ ਇਹ ਕਹਿੰਦੇ ਹੁੰਦੇ ਸੀ ਕਿ ਹਕੂਮਤ ਜੀ ਸਰਕਾਰ ਹੈ ਨਾ ਜਿਹੜੀ, ਇਹ ਪਿੰਡਾਂ 'ਚੋਂ ਚੱਲੂਗੀ, ਸੱਥਾਂ 'ਚੋਂ ਚੱਲੂਗੀ ਤੇ ਮਹੱਲਿਆਂ 'ਚੋਂ ਚੱਲੂਗੀ ਜੀ। ਪਰ ਗੱਲ ਇਹ ਕਿ ਸੱਥਾਂ ਮਹੱਲਿਆਂ ਦਾ ਬਣਿਆ ਕੀ? ਇਸ ਵੇਲੇ ਜੇ ਆਪਾਂ ਦੇਖੀਏ ਤਾਂ 3 ਵੱਡੇ ਮਸਲੇ ਸਾਡੇ ਸਾਹਮਣੇ ਜੀ। ਪਹਿਲਾ ਮਸਲਾ ਤਾਂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਆਪਾਂ ਸਪੀਕਰ ਸਾਹਿਬ ਦੀ ਗੱਲ ਕਰਕੇ ਹਟੇ ਹਾਂ ਕਿ ਕੱਲ ਉਹ ਥੋੜੀ ਜੀ ਸੁਭਾਅ ਦੇ ਵਿੱਚ ਉਹਨਾਂ ਦੇ ਚਿੜਚਿੜਾਪਨ ਆ ਗਿਆ ਜੀ ਤੇ ਉੱਥੇ ਤੂੰ ਮੈਂ ਹੋ ਗਈ। ਨਤੀਜਾ ਹੋਇਆ ਕਿ SSP ਸਾਹਿਬ ਮੀਟਿੰਗ ਛੱਡ ਕੇ ਚਲੇ ਗਏ। ਬਾਅਦ ਦੇ ਵਿੱਚ ਭਾਵੇਂ ਪੱਤਰਕਾਰਾਂ ਨੇ SSP ਨਾਲ ਗੱਲ ਵੀ ਕਰਨੀ ਚਾਹੀ, ਲੇਕਿਨ ਉਹਨਾਂ ਨੇ ਕੋਈ ਟਿੱਪਣੀ ਨਹੀਂ ਸੀ ਕੀਤੀ ਜੀ।
ਵੱਡੀ ਗੱਲ ਹੈ ਵੀ ਸਪੀਕਰ ਸਾਹਿਬ ਦੇ ਸੁਭਾਅ ਦੇ ਵਿੱਚ ਜਿਹੜਾ ਐਡਾ ਨਰਮ ਬੰਦਾ ਹੋਵੇ, ਤਬਦੀਲੀ ਕਿਉਂ ਆਈ? ਇਹਦਾ ਕਾਰਨ ਹੈ ਜੀ ਕਿ ਜਦੋਂ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਥੇ ਇਕੱਠ ਹੋਇਆ, ਜਿਹੜੀ ਉਹਨੂੰ ਆਪਾਂ ਬਰਸੀ ਕਵਾਂਗੇ, ਜੀ। 2 ਸਿੰਘ ਸ਼ਹੀਦ ਹੋਏ ਹੈ ਬਰਗਾੜੀ, ਉਸ ਇਕੱਠ ਦੇ ਵਿੱਚ ਸਭ ਨੂੰ ਇਸ ਗੱਲ ਦਾ ਗਿਲਾ ਸੀ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਲਟਕ ਰਹੇ ਹੈ ਤੇ ਇਹਨਾਂ ਨੂੰ ਕਿਸੇ ਤਨ ਪੱਤਨ ਨਹੀਂ ਲਾਇਆ। ਜੀ ਟਾਈਮ ਮਾਨ ਸਰਕਾਰ ਨੇ ਉਹਨਾਂ ਤੋਂ ਪਹਿਲਾਂ ਲੈ ਲਿਆ ਸੀ। ਉਹਨਾਂ ਨੇ ਕਮੇਟੀ ਬਣਾਤੀ ਸੀ, ਇੱਕ ਆਪਣੀ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚੋਂ ਕਮੇਟੀ ਆਈ, ਉਹਨਾਂ ਨੇ ਇੱਕ ਗੱਲ ਕੀਤੀ, ਸਮਾਂ ਲਿਆ, ਉਹਨਾਂ ਨੇ ਦੇਤਾ, ਫਿਰ ਸਮਾਂ ਲਿਆ, ਆ ਗਏ ਸੀ ਆਪਣੇ ਹਰਜੋਤ ਸਿੰਘ ਬੈਂਸੂਰੀ, ਉਹਨਾਂ ਨੇ ਫਿਰ ਸਮਾਂ ਦੇਤਾ। ਉਹ ਤੋਂ ਬਾਅਦ ਫਿਰ ਸਪੀਕਰ ਸਾਹਿਬ ਔਰ ਨਿੱਜਰ ਸਾਹਿਬ ਉਹ ਆ ਗਏ। ਉੱਥੇ ਆ ਕੇ ਲੋਕਾਂ ਨੇ ਫਿਰ ਜਦੋਂ ਬੋਲਣ ਵਾਲੇ ਬੁਲਾਰੇ ਨੇ ਕਿਹਾ ਜੀ ਵੀ ਕੋਈ ਇਨਸਾਫ ਵਗੈਰਾ ਨਹੀਂ ਮਿਲਣਾ ਜੀ, ਲਗਭਗ 35-40 ਮਿੰਟ ਬੋਲੇ ਕੁੰਵਰ ਵਿਜੇ ਪ੍ਰਤਾਪ ਸਿੰਘ। ਉਹਨਾਂ ਨੇ ਕਹਿਤਾ ਕਿ ਮੈਂ ਤੁਹਾਡੇ ਕੋਲੇ ਪਿਛਲੀ ਵਾਰੀ ਵੀ ਤੁਸੀਂ ਮੈਨੂੰ ਕਿਹਾ ਸੀ ਆਓ, ਤੇ ਮੈਂ ਆਉਂਦਾ ਕਿਵੇਂ ਤੁਹਾਡੇ ਕੋਲ, ਕਿਉਂਕਿ ਮੈਂ ਜਾਂਚ ਕੀਤੀ ਸੀ, ਜਾਂਚ ਕਰਕੇ ਮੈਂ ਸਾਰਾ ਕੁਝ ਦੱਸਿਆ ਸੀ, ਮੇਰੀ ਪਾਰਟੀ ਨੂੰ ਵੀ ਪਤਾ, ਮੇਰੀ ਸਰਕਾਰ ਨੂੰ ਵੀ ਪਤਾ ਹੈ, ਮੇਰੇ ਹੱਥ ਪੱਲੇ ਕੁਝ ਨਹੀਂ ਸੀ ਜੀ। ਮੈਂ ਚਾਹੁੰਦਾ ਸੀ ਕਿ ਮੈਂ ਕੋਈ ਨਾ ਕੋਈ ਚੰਗਾ ਸੁਨੇਹਾ ਲੈ ਕੇ ਆਵਾਂ ਕਿ ਆ ਲਓ ਜੀ ਅਸੀਂ ਕਰ ਦਿਖਾਇਆ। ਪਰ ਕਹਿੰਦਾ ਹੁਣ ਮੈਨੂੰ ਯਕੀਨ ਹੋ ਗਿਆ ਵੀ ਹੋਣਾ ਕੁਝ ਨਹੀਂ ਜੀ, ਤੇ ਹੁਣ ਭਾਈ ਮੈਂ ਤਾਂ ਤੁਹਾਡੇ ਨਾਲ ਖੜਨ ਵਾਸਤੇ ਆਇਆ ਕਿ ਮੇਰੇ ਬਸ ਦਾ ਰੋਕ ਕੋਈ ਨਹੀਂ, ਮੈਂ ਜੋ ਕਰਨਾ ਸੀ ਕਰਤਾ। ਸਪੀਕਰ ਸਾਹਿਬ ਨੇ, ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਸਪੀਕਰ ਸਾਹਿਬ ਨੇ ਕਿਹਾ ਸੀ ਮੈਂ ਅਸਤੀਫਾ ਦੇ ਦੂੰਗਾ, ਅਸਤੀਫਾ ਸ਼ਬਦ ਉਹਨਾਂ ਨੇ ਇਸਤੇਮਾਲ ਨਹੀਂ ਸੀ ਕੀਤਾ ਜੀ। ਉਹਨਾਂ ਨੇ ਕਿਹਾ ਸੀ ਕਿ ਸਭ ਤੋਂ ਵੱਡੀ ਸਰਕਾਰ ਜਿਹੜੀ ਹੈਗੀ ਉਹ ਲੋਕ ਤੇ ਗੁਰੂ ਗ੍ਰੰਥ ਸਾਹਿਬ ਹੈ, ਔਰ ਜਿਹੜੀਆਂ ਆਹ ਦੁਨਿਆਵੀ ਸਰਕਾਰਾਂ ਹੈ ਸਭ ਕੁਝ ਥੱਲੇ ਆ ਉਹ ਤੋਂ। ਤੁਸੀਂ ਸਾਨੂੰ ਸਮਾਂ ਦਿਓ, ਮੈਂ ਸਰਕਾਰ ਨਾਲ ਗੱਲ ਕਰਕੇ ਆਇਆ, ਮੈਂ ਜ਼ਿੰਮੇਵਾਰ ਪਾਰਟੀ ਦੇ ਜ਼ਿੰਮੇਵਾਰਾਂ ਨਾਲ ਵੀ ਗੱਲ ਕਰਕੇ ਆਇਆ। ਉਹਨਾਂ ਨੇ ਕਿਹਾ ਕਿ ਅਸੀਂ 1.5 ਮਹੀਨੇ 'ਚ ਗੱਲ ਸਿਰੇ ਲਾਵਾਂਗੇ, ਤੇ 1.5 ਮਹੀਨੇ ਬਾਅਦ ਸਪੀਕਰ ਸਾਹਿਬ ਨੇ ਸ਼ਬਦਾਂ ਦੀ ਚੋਣ ਬੜੀ ਸ਼ਾਨਦਾਰ ਕੀਤੀ ਸੀ। ਐਂ ਤਾਂ ਸ਼ਬਦਾਂ ਦਾ ਖੇਡ ਆਉਂਦਾ। ਹਾਂਜੀ, ਉਹਨਾਂ ਨੇ ਇਹ ਨਹੀਂ ਕਿਹਾ ਸੀਗਾ ਕਿ ਜੀ ਫਲਾਣੇ ਨੂੰ ਫੜ ਕੇ ਅੰਦਰ ਦੇ ਦਿਆਂਗੇ ਤੇ ਫਲਾਣੇ ਨੂੰ, ਉਹਨੇ ਕਿਹਾ ਸੀਗਾ ਜੀ 1.5 ਮਹੀਨੇ ਬਾਅਦ ਜਦੋਂ ਆਪਾਂ ਦੁਬਾਰਾ ਇੱਥੇ ਇਕੱਠੇ ਹੋਵਾਂਗੇ ਉਦੋਂ ਆਪਾਂ ਇੱਥੇ ਸ਼ੁਕਰਾਨੇ ਵਜੋਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ। ਉਹ ਸ਼ੁਕਰਾਨੇ ਵਜੋਂ ਇਕੱਠ ਹੋਊਗਾ। ਸ਼ੁਕਰਾਨੇ ਦਾ ਮਤਲਬ ਇਹ ਹੁੰਦਾ ਕਿ ਜਿੱਤ ਪ੍ਰਾਪਤ ਕਰ ਲਈ, ਸਾਰਾ ਕੁਝ ਕਰ ਲਈ। ਅਗਰ ਅਜਿਹੀ ਗੱਲ ਨਾ ਹੋਈ ਤਾਂ ਫਿਰ ਮੈਂ ਤਾਂ ਭਾਈ ਐਸ ਸਰਕਾਰ ਨਾਲ ਬੈਠੂਗਾ ਕਿ ਜਿਹੜੀ ਆ ਬੈਠੀ ਹੈ, ਜਿਹੜੀ ਆ ਸਰਕਾਰ ਬੈਠੀ ਹੈ, ਉਹਦੇ ਨਾਲ ਨਹੀਂ। ਭਾਵ ਉਹਨਾਂ ਦਾ ਇਹ ਸੀ ਕਿ ਮੈਂ ਤੁਹਾਡੇ ਨਾਲ ਬਹਿ ਜੂ। ਹੁਣ ਦਾਨੇਵਾਲੀਆ ਸਾਹਿਬ ਕੱਲ ਮੇਰਾ ਖਿਆਲ ਹੈ ਵੀ 15 ਤੇ 7 22 7 ਸਾਲ ਪੂਰੇ ਹੋ ਗਏ, ਜਿਹੜੇ 14 ਨੂੰ ਹੋ ਗਏ ਸੀ, ਤੇ ਉਦੋਂ ਟਾਈਮ ਉੱਪਰ ਹੋ ਗਿਆ ਜੀ। ਤੇ ਕੱਲ ਫੇਰ ਉਹੀ ਕੁਝ ਹੋ ਗਿਆ। ਹੁਣ ਜਿਹੜਾ ਵੀ ਉੱਥੇ ਬੋਲਦਾ ਸੀ ਉਹ ਕਹਿੰਦਾ ਜੀ ਸਪੀਕਰ ਸਾਹਿਬ ਨੇ ਕਿਹਾ ਸੀ ਅੱਜ ਉਹ ਵੀ ਨਹੀਂ ਆਏ। ਇਹ ਗੱਲ ਚੱਲਦੀ ਰਹੀ, ਚੱਲਣ ਤੋਂ ਕਤਰੇ, ਕਿਉਂਕਿ ਜਿਹੜਾ ਗੁਰੂ ਨੂੰ ਮੰਨਣ ਵਾਲਾ ਬੰਦਾ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ ਜੀ, ਸਿੱਖੀ ਸਰੂਪ ਹੋਵੇ, ਤੇ ਫਿਰ ਦਾਨੇਵਾਲੀਆ ਸਾਹਿਬ ਚਿੜਚਿੜਾਪਣ ਤਾਂ ਆਉਂਦਾ ਹੀ ਹੈ ਨਾ ਵੀ ਯਾਰ ਮੈਂ ਹੁਣ, ਕਿਉਂਕਿ ਬੇਬਸ ਹੈ ਜੀ। ਆਪ ਤਾਂ ਸਪੀਕਰ ਨੇ ਕੁਝ ਕਰਨਾ ਨਹੀਂ ਹੁੰਦਾ, ਕਰਨਾ ਸਰਕਾਰ ਨੇ, ਸਰਕਾਰੀ ਮਸ਼ੀਨਰੀ ਨੇ ਕਰਨਾ। ਜੇ ਸਰਕਾਰੀ ਮਸ਼ੀਨਰੀ ਨਹੀਂ ਕਰਦੀ ਤਾਂ ਖੈਰ ਉਹ ਤੋਂ ਬਾਅਦ ਉੱਤੇ ਜਿੱਥੋਂ ਲੋਕਾਂ ਨੇ ਕਹਿਦਾ ਜੀ ਲਾ ਦਿਓ ਜਾਮ। ਉਹਨਾਂ ਨੇ ਜਿਹੜੀ ਅੰਮ੍ਰਿਤਸਰ ਬਠਿੰਡਾ ਜਾਮ ਕਰਤੀ। ਇਹ ਤਾਂ ਵੈਸੇ ਸਹੀ, ਅਸਲ 'ਚ ਇਹ ਤਾਂ ਹਾਈਵੇ ਹੈਗਾ ਜੀ ਜੰਮੂ ਕਾਂਡਲਾ, ਚਲੋ ਜੋ ਵੀ ਉਹਨਾਂ ਨੇ ਬੰਦ ਕਰਤੀ, ਆਪਾਂ ਤਾਂ ਅੰਮ੍ਰਿਤਸਰ ਬਠਿੰਡਾ ਹੀ ਕਵਾਂਗੇ। ਹਾਂ, ਉਹ ਜਾਮ ਕਰਤੀ। ਜਾਮ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਫੌਜਾ ਸਿੰਘ ਸਰਾਰੀ ਆਏ, ਤੇ ਫੌਜਾ ਸਿੰਘ ਸਰਾਰੀ ਨੇ ਆ ਕੇ ਦਾਨੇਵਾਲੀਆ ਸਾਹਿਬ ਫਿਰ ਇੱਕ ਵਾਸਤਾ ਪਾਇਆ। ਅੱਛਾ ਜੀ। ਉਹ ਵਾਸਤਾ ਵੀ ਜਜ਼ਬਾਤੀ ਪਾਇਆ ਕਿ ਗਾਂ ਜਿਹੜੇ ਹੈਗੇ ਅਸੀਂ ਜੋੜ ਮੇਲ ਆ ਰਿਹਾ, ਲੋਕਾਂ ਨੇ ਜਾਣਾ ਹੋਊ ਉੱਥੇ, ਆਪਾਂ ਰੁਕਾਵਟ ਪਾਤੀ, ਸਾਨੂੰ ਕੋਈ ਸਮਾਂ ਦੇ ਦਿਓ, 2 ਮਹੀਨਿਆਂ ਦਾ ਸਮਾਂ ਦੇ ਦਿਓ, ਕਰ ਦਿਆਂਗੇ ਸਰ। ਹੁਣ ਫੇਰ ਮੰਗ ਲਿਆ ਜੀ ਉਹਨਾਂ ਨੇ, ਕਿਉਂਕਿ ਜਦੋਂ ਜੋੜ ਮੇਲ ਦੀ ਗੱਲ ਆ ਗਈ, ਫਤਿਹਗੜ੍ਹ ਸਾਹਿਬ ਦਾ ਜੋੜ ਮੇਲ ਲੱਗਦਾ, ਫਸਾਲੇ ਇਹ ਤੁਹਾਨੂੰ ਪਤਾ ਵੀ ਸ਼ਬਦਾਂ ਦੀ ਗੇਮ ਹੈ, ਸ਼ਬਦਾਂ ਦੀ ਗੇਮ। ਹੁਣ ਤੁਸੀਂ ਦੇਖੋ ਵੀ ਦਸੰਬਰ ਦਾ ਜਿਹੜਾ ਲਾਸਟ ਵੀਕ ਹੈ, ਦਸੰਬਰ ਦਾ ਆਖਰੀ ਸਪਤਾਹ ਹੈ ਜੀ, ਸਿੱਖ ਇਤਿਹਾਸ ਦੇ ਵਿੱਚ ਇਹਦਾ ਬਹੁਤ ਵੱਡਾ ਮਹੱਤਵ ਹੈ। ਇਹ ਉਹੀ ਸਪਤਾਹ ਹੈ ਜਿਸ ਸਪਤਾਹ ਦੇ ਵਿੱਚ ਪਰਿਵਾਰ ਵਿਛੜਿਆ ਸੀ ਜੀ। ਇਹ ਉਹੀ ਸਪਤਾਹ ਹੈ ਜਿਸ ਸਪਤਾਹ ਦੇ ਵਿੱਚ ਸ਼ਹਾਦਤਾਂ ਹੁੰਦੀਆਂ ਸਾਹਿਬਜ਼ਾਦਿਆਂ ਦੀਆਂ ਜੀ। ਇਹ ਉਹੀ ਸਪਤਾਹ ਹੈ ਜਿਹਦੇ ਵਿੱਚ ਉੱਚਲਾ ਪੀਰ ਬਣ ਕੇ ਗੁਰੂ ਸਾਹਿਬ ਨਿਕਲਦੇ ਹੈ। ਜਾਰਡੇ ਦਾ ਸਾਨੂੰ 70 ਚੰਗਾ ਪੱਟ ਖੇੜਿਆਂ ਦਾ ਰਹਿਣਾ ਜੀ, ਪਾਤਸ਼ਾਹ ਮਤਲਬ ਕਿਵੇਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਨਿਕਲ ਕੇ ਆਉਂਦੇ, ਸਾਰੇ ਇਹ ਬੜਾ ਮਹੱਤਵਪੂਰਨ ਹੈ ਜੀ। ਜਦੋਂ ਇਹ ਇਮੋਸ਼ਨਲ ਕਾਰਡ ਖੇਡਿਆ ਕਿ ਵੀ ਤੁਸੀਂ ਲੋਕਾਂ ਨੂੰ ਰੋਕੋਗੇ, ਤੇ ਫਿਰ ਤੁਹਾਨੂੰ ਪਤਾ ਪੱਥਰ ਦਿਲ ਵੀ ਪਿਘਲ ਜਾਂਦੇ। ਆਪਾਂ ਵੀਰ ਦਵਿੰਦਰ ਸਿੰਘ ਹੋਣਾ ਦੀਆਂ ਤਕਰੀਰਾਂ ਵੀ ਸੁਣੀਆਂ, ਬਿਲਕੁਲ, ਉਹਨਾਂ ਦੇ ਆਰਟੀਕਲ ਵੀ ਸੁਣੇ,
ਕਿ ਉਸ ਇਲਾਕੇ ਦੇ ਵਿੱਚ ਲੋਕ ਉਹ ਇੱਕ ਹਫ਼ਤਾ ਜਿਹੜਾ ਹੈਗਾ ਧਰਤੀ ਤੇ ਸੌਂਦੇ ਧਰਤੀ ਸੀ। ਤੇ ਸੌਂਦੇ, ਬਾਹਰੋਂ ਉਸ ਇਲਾਕੇ ਦੇ ਜਿਹੜੇ ਲੋਕ ਹਨ ਜੀ ਉਹ ਬਾਹਰੋਂ ਵੀ ਆਉਂਦੇ ਬੱਚਿਆਂ ਨੂੰ ਨਾਲ ਲੈ ਕੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਉਹ ਫਿਰ ਉਹਦੇ 'ਚ ਇਮੋਸ਼ਨਲ ਹੋ ਕੇ ਉਹਨਾਂ ਨੇ ਕਹਿਤਾ ਜੀ ਕੋਈ ਗੱਲ ਨਹੀਂ ਖੋਲ ਦਿੰਦੇ ਆ। ਉਹਨਾਂ ਨੇ ਜੀ ਇੱਕ ਪਾਸਾ ਰੋਕਿਆ ਹੋਇਆ। ਅੱਛਾ, ਇੱਕ ਖੋਲਤਾ ਬਸ। ਇੱਕ ਪਾਸਾ ਖੋਲਿਆ, ਦੂਜਾ ਉਹਨਾਂ ਨੇ ਰੋਕਿਆ ਹੋਇਆ। ਪਰ ਨਾਲ ਉਹਨਾਂ ਨੇ ਫਿਰ ਇਹ ਚੇਤਾਵਨੀ ਵੀ ਦਿੱਤੀ ਕਿ ਪੱਕਾ ਨਾ ਜਾਣਿਓ, 7 ਜਨਵਰੀ ਤੱਕ ਹੈ। ਹਾਂ, ਜਿੰਨੀ ਦੇਰ। ਹਾਂ 7 ਜਨਵਰੀ ਤੱਕ ਹੈ। ਚਲੋ 7 ਜਨਵਰੀ ਤੱਕ ਦਾ ਉਹ ਥੋੜੀ ਜਿਹੀ ਰਿਲੀਫ ਮਿਲੀ। ਦੂਜੇ ਪਾਸੇ ਦਾਨੇ ਵਾਲੀਆ ਸਾਹਿਬ ਇੱਕ ਹੋਰ ਹੈ, ਫਰੀਦਕੋਟ ਤੋਂ ਆਪਾਂ ਪਰੇ ਨੂੰ ਗਾਂਹ ਤੁਰ ਗਏ ਤਾਂ ਫਿਰ ਜੀਰਾ ਆ ਗਿਆ। ਹਾਂਜੀ, ਜੀਰੇ ਉਹ ਮਨਸੂਰਵਾਲ ਤੁਹਾਡੀ ਜਿਹੜੀ ਫੈਕਟਰੀ ਵਾਲਾ ਫੈਕਟਰੀ ਹੈਗੀ ਦੀਪ ਮਲਹੋਤਰੇ ਦੀ। ਢਿੱਲੋਂ ਸਾਹਿਬ ਉੱਥੇ ਤਾਂ ਨਾ ਗੱਲ ਕਰਨੇ ਜਾਣਾ ਪੈਣਾ ਐਡਾ ਵੀ ਉਹ ਉੱਥੇ ਪਤਾ ਲੱਗਦਾ ਵੀ ਡਾਢੇ ਦਾ 27-20 ਕੀ ਹੈ। ਉਹ ਤਾਂ ਤੁਸੀਂ ਦੇਖੋ ਡਾਢੇ ਦਾ 27-20 ਕੇ ਉੱਥੇ ਕਹਿੰਦੇ ਜੀ ਸੈਂਪਲ ਲੈ ਲਈ, ਸੈਂਪਲ ਵੀ ਪਾਸ ਹੋ ਗਏ ਢਿੱਲੋਂ ਸਾਹਿਬ। ਸੈਂਪਲ ਵੀ ਪਾਸ ਹੋ ਗਏ ਵੀ ਪਾਣੀ ਬਹੁਤ ਵਧੀਆ ਤੇ ਪਾਣੀ ਲਾ ਰਿਹਾ। ਪਾਣੀ ਦਾ ਬੁਰਾ ਹਾਲ ਹੈ। ਜਿਹੜੇ ਪੀਣ ਵਾਲੇ ਬੰਦੇ ਹੈ, ਜਿਹੜੇ ਲੋਕ ਉੱਥੇ ਰਹਿੰਦੇ ਹੈ, ਹੁਣ 15-20 ਪਿੰਡਾਂ ਦਾ ਕੋਈ ਦਿਮਾਗ ਤਾਂ ਖਰਾਬ ਨਹੀਂ ਹੋਇਆ ਕਿ ਲੋਕ ਉੱਥੇ ਇਉਂ ਕਿਉਂ ਬੈਠੇ। ਹੁਣ ਤਾਂ ਦੂਜਾ ਕੇਸ ਕਰਤਾ ਇਹਨਾਂ ਢਿੱਲੋਂ ਸਾਹਿਬ। ਹਾਂਜੀ, ਕਹਿੰਦੇ ਵੀ ਸਾਡਾ 300 ਕਰੋੜ ਦਾ ਨੁਕਸਾਨ ਹੋ ਗਿਆ, ਜਿਹੜੇ ਧਰਨਾਕਾਰੀ ਆ ਉਹਨਾਂ ਤੋਂ ਸਾਨੂੰ ਲੈ ਕੇ ਦੇ ਪੈਸੇ। ਉਹਨਾਂ ਨੇ ਪਹਿਲੀ ਗੱਲ ਤਾਂ 5 ਕਰੋੜ ਰੁਪਈਆ ਤਾਂ ਹਰਜਾਨਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਪਹਿਲਾਂ ਪਤਾ ਸੀ। 15 ਕਰੋੜ ਦਾ ਫੇਰ ਪਤਾ, 20 ਕਰੋੜ ਦਾ ਤੇ ਅੱਗੇ ਦਸੰਬਰ ਸ਼ਾਇਦ 20 ਤਾਰੀਖ ਫੇਰ ਦਿੱਤੀ ਹੈ। ਹਾਂ, ਤੇ 20 ਤਾਰੀਖ ਤੱਕ ਮੰਗਲੀ ਸਟੇਟਸ ਇਹਦਾ ਮਤਲਬ ਤਾਂ ਰਿਪੋਰਟ। ਫਿਰ ਉੱਤੇ ਜਾਂ ਤਾਂ ਸਰਕਾਰ ਹੀ ਉਹਨਾਂ ਨਾਲ ਰਲੀ ਵੀ ਹੈ ਕਿਉਂਕਿ ਠੇਕੇ ਹੀ ਉਹਨਾਂ ਦੇ। ਉਹ ਤਾਂ ਗੱਲ ਆ ਰਹੀ ਹੈ ਨਾ। ਹੁਣ ਲੋਕ ਇਹ ਗੱਲ ਕਹਿੰਦੇ ਆ ਕਿ ਕਦੇ ਦੀਪ ਮਲਹੋਤਰਾ ਅਕਾਲੀ ਦਲ ਚ ਹੁੰਦਾ ਸੀ, ਉਹ ਅਕਾਲੀ ਦਲ ਦਾ ਐਮਐਲਏ ਸੀ। ਫਿਰ ਦੀਪ ਮਲਹੋਤਰੇ ਨੂੰ ਦਿੱਲੀ ਦੀ ਸ਼ਰਾਬ ਦਾ ਕਾਰੋਬਾਰ ਮਿਲ ਗਿਆ। ਤੇ ਪਿੱਛੇ ਜਿਹੜਾ ਉਹ ਫੈਸਲਾ ਸੀਗਾ ਤੁਹਾਡਾ ਆਪਣਾ ਪਰਚਾ ਦਰਜ ਹੋਇਆ ਸੀ ਦਿੱਲੀ ਦੀ ਸ਼ਰਾਬ ਪਾਲਿਸੀ ਵਾਲਾ, ਤੇ ਉਹ ਸ਼ਰਾਬ ਪਾਲਿਸੀ ਵਾਲੇ ਪਰਚੇ ਦੇ ਵੇਲੇ ਕਹਿੰਦੇ ਇਹ ਵੀ ਥੋੜੇ ਜਿਹੇ ਦੀਪ ਮਲਹੋਤਰਾ ਪਾਸੇ ਹੋਣ ਲੱਗੇ ਸੀ। ਪਰ ਜੇ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ ਤੇ ਇਹਦਾ ਮਤਲਬ ਇਹ ਹੈ ਕੱਲ ਤਾਂ ਦਾਨੇ ਵਾਲੀਆ ਸਾਹਿਬ ਹਾਲਾਤ ਇੰਨੇ ਭਿਆਨਕ ਹੋ ਗਏ ਸੀ ਕਿ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ, ਐਗਜ਼ੈਕਟਿਵ ਮੈਜਿਸਟ੍ਰੇਟ, ਤੁਹਾਡੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਕੀ ਕਹਾਂਗੇ ਆਪਾਂ ਇਹਨਾਂ ਨੂੰ, ਐਂਬੂਲੈਂਸਾਂ, ਡਾਕਟਰੀ ਅਮਲਾ ਵਗੈਰਾ ਸਾਰਾ ਭੇਜਤਾ ਸੀ ਵੀ ਇਹਨਾਂ ਨੂੰ ਜੀ ਪਿਛਾਂਹ ਹਟਾਓ। ਕਹਿੰਦੇ ਜੀ ਸਾਡਾ ਤਾਂ ਧਰਨਾ ਚੁਕਾਓ ਗੇਟ ਤੋਂ, ਪਰ ਲੋਕ ਡਟੇ ਰਹੇ। ਦੋਨੇ ਮੇਰੇ ਖਿਆਲ ਉੱਥੇ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਆ ਤੇ ਐਸਐਸਪੀ ਉਹ ਫੋਰਸ ਲੈ ਕੇ ਆ ਗਏ ਸੀ। ਛੁੱਟੀਆਂ ਰੱਦ ਕਰਤੀਆਂ ਸੀ ਪੁਲਿਸ ਅਫਸਰਾਂ ਦੀਆਂ। ਮਤਲਬ ਇਸ ਤਰ੍ਹਾਂ ਦਿਖਾਤਾ ਸੀ ਕਿ ਅੱਜ ਕੁਛ ਹੋਊ, ਸ਼ਾਇਦ ਉਹ ਟੈਰਰਾਈਜ਼ ਕਰਦੇ ਸੀ ਲੋਕਾਂ ਨੂੰ, ਪਰ ਲੋਕ ਤਕਲੀਫ ਦੇ ਵਿੱਚ ਟੈਰਰਾਈਜ਼ ਕਿਵੇਂ ਹੋ ਗਏ। ਹੁਣ ਉਹ ਇੱਕ ਬਹੁਤ ਵੱਡੀ ਮੁਸੀਬਤ ਜਿਹੜੀ ਇਹਨਾਂ ਵਾਸਤੇ ਬਣੀ ਪਈ ਹੈ। 2 ਧਰਨੇ, ਤੀਜਾ ਧਰਨਾ ਜਿਹੜਾ ਹੈਗਾ ਜੀ 19 ਟੋਲ ਪਲਾਜ਼ੇ ਬੰਦ ਹੋ ਗਏ। ਉਹ ਜਿਹੜੇ ਉੱਥੇ ਮੁਲਾਜ਼ਮ ਹੋਰ ਰੌਲਾ ਪਾਈ ਬੈਠੇ 19 ਟੋਲ ਪਲਾਜ਼ੇ 1 ਮਹੀਨੇ ਵਾਸਤੇ ਉਹ ਕਿਸਾਨਾਂ ਨੇ ਅੱਡ ਬੰਦ ਕਰਤੇ। ਉਹ ਕਿਸਾਨਾਂ ਨੇ ਕਰਤੇ ਬੰਦ। ਹਾਲਾਂਕਿ ਸਾਰੇ ਪੰਜਾਬ 'ਚ ਉਹਨਾਂ ਦਾ ਅਸਰ ਨਹੀਂ ਹੈ, ਪਰ ਜਿੱਥੇ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਅਸਰ ਆ ਉੱਥੇ ਉਹਨਾਂ ਨੇ ਕਰਤੇ। ਮਾਝੇ ਤੇ ਦੁਆਬੇ 'ਚ ਜ਼ਿਆਦਾ, ਮਾਝੇ ਤੇ ਦੁਆਬੇ ਦੇ ਵਿੱਚ। ਉੱਥੇ ਫਿਰ ਅਗਲੀ ਗੱਲ ਵੀ ਕਰਤੀ, ਅਗਲੀ ਗੱਲ ਕੀਤੀ ਕਿ ਲੋਕਾਂ ਨਾਲ ਲੜਵਾ ਦਿਓ, ਪੜਵਾ ਦਿਓ ਸਿਰ। ਹਾਂ, ਉਹ ਫਿਰ ਮਜ਼ਦੂਰ ਜਿਹੜੇ ਉੱਥੇ ਕੰਮ ਕਰਨ ਵਾਲੇ ਜਿਹੜੀ ਕਮਾਈ ਹੁੰਦੀ ਹੈ, ਕਮਾਈ ਤਾਂ ਕਾਰਪੋਰੇਟ ਘਰਾਣਿਆਂ ਨੂੰ ਹੁੰਦੀ ਹੈ। ਚਲੋ ਕਾਰਪੋਰੇਟ ਘਰਾਣੇ ਨੂੰ ਬਾਦਲਾਂ ਨੇ ਤੇ ਕਪਤਾਨ ਕਿਆ ਨੇ ਕਰਵਾਈ ਜੀ। ਹੁਣ ਤਾਂ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਦੀ ਸਰਕਾਰ ਜੇ ਹੁਣ ਭਾਵੇਂ ਠੇਕੇ ਉਹਨਾਂ ਨੇ ਦਿੱਤੇ ਜੀ, ਕੀ ਉਹਨਾਂ ਠੇਕਿਆਂ ਨੂੰ ਤੋੜਿਆ ਨਹੀਂ ਜਾ ਸਕਦਾ? ਜੇ ਕੁਝ ਕਰਨਾ ਹੋਵੇ ਤਾਂ ਕੀਤਾ ਜਾ ਸਕਦਾ। ਬਿਲਕੁਲ। ਹੁਣ ਕਮਾਈ ਉਹਨਾਂ ਕੋਲੇ ਜਾਂਦੀ ਹੈ। ਇਹਦੇ ਤਾਂ ਵੱਡੀ ਗੱਲ ਇਹ ਹੈ ਕਿ ਜਿਹੜਾ ਟੋਲ ਲੱਗਦਾ ਉਹ ਤਾਂ ਸੜਕਾਂ ਦਾ ਵਰਤਣ ਦਾ ਲੱਗਦਾ ਨਾ, ਤੇ ਸੜਕਾਂ ਦੇ ਵਰਤਣ ਦਾ ਤਾਂ ਤੁਸੀਂ ਜਿੱਦੇ ਗੱਡੀ ਖਰੀਦਦੇ ਹੋ ਉਦੋਂ ਹੀ ਭਰ ਦਿੰਦੇ ਸਾਰਾ। ਤੇ ਹੁਣ ਜਿਹੜੇ ਵਿਚਾਰੇ ਬੇਰੁਜ਼ਗਾਰ ਕੁੜੀਆਂ ਮੁੰਡੇ ਆ ਉੱਥੇ ਕੰਮ ਕਰਦੇ ਆ, 5-5 7-7 ਹਜ਼ਾਰ ਰੁਪਇਆ ਦੇ ਦਿੰਦੇ ਆ, ਉਹ ਭੁੱਖੇ ਮਰਦੇ ਆ। ਤੁਸੀਂ ਦੇਖੋ ਖੇਡ ਕਿੱਡੀ ਨਰਾਲੀ ਖੇਡ ਹੈ ਵੀ ਕਮਾਈ ਕਾਰਪੋਰੇਟਰਾਂ ਦੀ ਲੜਨ ਲੋਕ, ਮਰਨ ਲੋਕ ਸਿਰ ਉਹਨਾਂ ਦੀ ਫਟਣ, ਉਹਨਾਂ ਨੂੰ ਆਪਸੀ ਲੜਾਤਾ। ਇਸ ਵੇਲੇ ਦੀ ਹੁਣ ਸਥਿਤੀ ਹੈ ਕਿ 3 ਪਾਸਿਆਂ ਤੋਂ ਸਰਕਾਰ ਕਰੀ ਹੈ। ਮਾਝਾ, ਮਾਲਵਾ, ਦੁਆਬਾ, ਜੇ ਆਪਾਂ ਦੇਖੀ ਤਿੰਨ ਖਿੱਤੇ ਹੈ। ਕਿਸਾਨਾਂ ਦਾ ਤੁਸੀਂ ਦੱਸਤਾ ਮਾਝਾ ਤੇ ਮਾਲਵੇ, ਦੁਆਬੇ ਚ ਹੈ। ਆਹ ਦੋਨੇ ਜਿਹੜੇ ਹੈਗੇ ਇਹ ਮਾਲਵੇ ਚ ਹੈ। ਇਹ ਜਿਹੜਾ ਹੈਗਾ ਮਤਲਬ ਬਹੁਤ ਬੁਰੀ ਤਰ੍ਹਾਂ ਇਸ ਵੇਲੇ ਸਰਕਾਰ ਭਰੀ ਵੀ ਹੈ। ਤੇ ਮੈਨੂੰ ਇਹ ਜਾਪਦੀ ਹੈ ਕਿ ਜਿਹੜੀ ਬਰਗਾੜੀ ਵਾਲਾ ਮਾਮਲਾ ਹੈ, ਬਰਗਾੜੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਉੱਥੇ ਕੱਲ ਰੁੱਖਾਪਣ ਲੋਕਾਂ ਨੇ ਦਿਖਾਇਆ ਥੋੜਾ ਜਿਹਾ ਸਪੀਕਰ ਸਾਹਿਬ ਪ੍ਰਤੀ, ਉਹਦੀ ਵਜ੍ਹਾ ਕਾਰਨ ਸਪੀਕਰ ਸਾਹਿਬ ਵੀ ਉੱਥੇ ਜਿੱਤਕਲ ਤਾਂ ਹੀ ਹੋਏ, ਤਾਂ ਹੀ ਚਿੜਚਿੜਾਪਣ ਉਹਨਾਂ ਦੇ ਸੁਭਾਅ ਦੇ ਵਿੱਚ ਆਇਆ ਜੀ। ਤੇ ਹੁਣ ਕਹਿੰਦੇ ਜੀ ਪੀਲੀ ਭੀਤ ਕਾਂਡ ਦੇ ਉੱਤੇ ਕੀੜੀ ਫੇਰਤੀ ਜੀ, ਕਹਿੰਦੇ ਸਜ਼ਾ ਤੇ ਜਮਾ ਤਾਂ ਨਹੀਂ ਕੀੜੀ ਫੇਰੀ, ਮਤਲਬ ਕੰਮ ਗੱਲ ਹੀ ਹੈ ਵੀ ਇਹ ਕਰਤਾ ਹੈ। ਅਸਲ ਵਿੱਚ ਦਾਨੇ ਵਾਲੀਆ ਸਾਹਿਬ ਹੋਇਆ ਕੀ ਸੀ ਕਿ ਪੰਜਾਬ ਚੋਂ ਖਾਸ ਕਰਕੇ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਹੈ ਉਸ ਪਾਸੇ ਤੋਂ ਗਏ ਸਿੱਖਾਂ ਦਾ ਇੱਕ ਗਰੁੱਪ ਜੀ ਪਟਨਾ ਸਾਹਿਬ, ਹਜੂਰ ਸਾਹਿਬ,
ਗੁਰਧਾਮਾਂ ਦੀ ਮਤਲਬ ਜਿਹੜੇ ਦਰਸ਼ਨਾਂ ਵਾਸਤੇ ਗਿਆ ਸੀ। ਹੂੰ 12 ਜੁਲਾਈ ਨੂੰ 1991 ਤੋਂ ਜੀ। ਜਦੋਂ ਇਹ ਲੋਕ ਵਾਪਸ ਪਰਤ ਰਹੇ ਸੀ ਹੂੰ ਤਾਂ ਯੂਪੀ ਦੇ ਵਿੱਚ ਪੀਲੀ ਭੀਤ ਕੋਲੇ ਮਤਲਬ ਆ ਵੀ ਇਹਨਾਂ ਨੂੰ ਫੜ ਕੇ ਲਾ ਕੇ ਜੀ। ਤੇ 11 ਜਿਹੜੇ ਮਰਦ ਸੀ ਹੂੰ ਉਹਨਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇਹ ਕਹਿ ਕੇ ਕਿ ਇਹ ਤਾਂ ਅੱਤਵਾਦੀ ਹੈ, ਜੀ। ਉਹਨਾਂ ਨੂੰ ਯੂਪੀ ਦੀ ਪੁਲਿਸ ਵਾਲਿਆਂ ਨੇ ਕਤਲ ਕਰਤਾ ਸੀ। ਹੂੰ ਔਰ ਇਹ ਕਤਲ ਕਰਤਾ ਸੀ ਤੇ ਇਹਦੀ ਫਿਰ ਮੁੜ ਕੇ ਜਿਹੜੀ ਹੈਗੀ ਹੈ ਇੱਕ ਜਾਂਚ ਹੋਈ ਜੀ। ਤੇ ਜਾਂਚ ਜਿਹੜੀ ਕੀਤੀ ਹੈ ਜੀ, ਉਹ ਜਾਂਚ ਕੀਤੀ ਸੀ ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ 5 ਮੈਂਬਰੀ ਜੀ। ਇੱਕ ਜਿਹੜੀ ਤੱਥ ਖੋਜ ਕਮੇਟੀ ਬਣੀ ਸੀ। ਹੂੰ ਉਸ ਕਮੇਟੀ ਦੇ ਵਿੱਚ ਜਿਹੜੇ ਲੋਕ ਸ਼ਾਮਲ ਸੀ ਉਹਨਾਂ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਵੀ ਸੀ, ਹੂੰ ਡਾਕਟਰ ਸੁਖਜੀਤ ਕੌਰ ਗਿੱਲ ਵੀ ਸੀ। ਜੀ। ਇਹਨਾਂ ਨੇ ਜਦੋਂ ਪੜਤਾਲ ਕੀਤੀ ਤੇ ਇਹਨਾਂ ਨੇ ਆਪਣੀ ਰਿਪੋਰਟ ਦਿੱਤੀ ਐਨ ਵਿਸਥਾਰਪੂਰਵਕ ਦੇ ਕੇ, ਤੇ ਮੁਲਾਇਮ ਸਿੰਘ ਯਾਦਵ ਨੇ ਵੀ ਇਹ ਗੱਲ ਮੰਨ ਲਈ ਸੀ ਜੀ। ਕਿ ਇਹ ਸੱਚਮੁੱਚ ਇੱਕ ਝੂਠਾ ਮੁਕਾਬਲਾ ਹੈ। ਹੂੰ ਔਰ ਫਿਰ ਇਹ ਮਾਮਲਾ ਜਿਹੜਾ ਹੈ ਜੀ ਅਦਾਲਤ ਦੇ ਵਿੱਚ ਗਿਆ ਤੇ ਇਹ ਜਾਂਚ ਹੈ ਜਿਹੜੀ ਜੀ। ਇਹ ਸੀਬੀਆਈ ਕੋਲੇ ਚਲੀ ਗਈ ਸੀ। ਹੂੰ ਸੀਬੀਆਈ ਕੋਲੇ ਜੋ ਜਾਂਚ ਚਲੀ ਗਈ ਤੇ ਫਿਰ ਸੀਬੀਆਈ ਨੇ ਜਿਹੜਾ ਹੈਗਾ ਇਹਦੀ ਪੜਤਾਲ ਕਰਕੇ ਸਾਰੀ ਤੇ ਚਲਾਨ ਕੋਰਟ 'ਚ ਪੇਸ਼ ਕਰਤਾ। ਜੀ। ਤੇ ਚਲਾਨ ਜਦੋਂ ਕੋਰਟ ਦੇ ਵਿੱਚ ਪੇਸ਼ ਹੋ ਗਿਆ ਜੀ ਤੇ ਉਹ ਤੋਂ ਬਾਅਦ ਫਿਰ ਜਿਹੜੀ ਹੈਗੀ ਗਵਾਹੀਆਂ ਤੁਹਾਨੂੰ ਪਤਾ ਲੰਬਾ ਕੰਮ ਹੁੰਦਾ ਹੈ। ਤੇ ਉਸ ਲੰਬੇ ਕੰਮ ਤੋਂ ਬਾਅਦ ਮਾਣਯੋਗ ਜਿਹੜੀ ਸੀਬੀਆਈ ਦੀ ਕੋਰਟ ਸੀ ਜੀ। ਉਹਨੇ ਜੀ ਪੁਲਿਸ ਵਾਲਿਆਂ ਨੂੰ, ਮੇਰਾ ਖਿਆਲ ਹੈ ਵੀ ਉਹਨਾਂ ਦੀ ਜਿਹੜੀ ਉਮਰ ਕੈਦ ਕਰਤੀ ਉਮਰ ਕੈਦ ਕਰਤੀ ਸੀ ਤੇ ਗਿਣਤੀ ਕਿੰਨੀ ਸੀ 47 ਬੰਦੇ ਨੇ ਉਮਰ ਕੈਦ ਕਰਤੀ। ਤੇ ਉਮਰ ਕੈਦ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਅਪੀਲ ਪਾਤੀ ਜੀ। ਜੀ। ਅਪੀਲ ਪਾਈ ਉਹਨਾਂ ਨੇ ਹਾਈ ਕੋਰਟ 'ਚ। ਹੂੰ ਹਾਈ ਕੋਰਟ ਨੇ ਉਹਨਾਂ ਦੀ ਹੁਣ ਅਪੀਲ ਦਾ ਕਰਤਾ ਫੈਸਲਾ। ਜੀ। ਦਾਨੇਵਾਲੀਆ ਸਾਹਿਬ ਕਿੱਥੇ ਉਮਰ ਕੈਦ, ਤੇ ਕਿੱਥੇ 11 7 ਬੰਦੇ ਸਾਲ? ਮਾਰੇ ਤੇ ਕਿੱਥੇ 7 ਸਾਲ। ਹੂੰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਕਿਹੜੇ ਤਰੀਕੇ ਨਾਲ ਕੀ ਕੀਤਾ ਹੈ। ਜਾਂ ਤਾਂ ਤੁਸੀਂ 302 ਤੋੜਤੀ ਗੱਲ ਤਾਂ 302 ਚ ਤਾਂ 7 ਸਾਲ ਹੋ ਨਹੀਂ ਸਕਦੀ। 302 7 ਸਾਲ ਨਹੀਂ ਨਾ ਹੋ ਸਕਦੀ। ਜਾਂ ਤਾਂ ਤੁਸੀਂ 304 ਵਗੈਰਾ ਲਾ ਕੇ ਕੁਛ ਇਹੋ ਜੀ ਗੜਬੜ ਕਰਕੇ ਤੋੜ ਕੇ ਤੇ ਇਹ ਜਿਹਾ ਕੁਝ ਫੈਸਲਾ ਕਰਤਾ। ਪਰ ਗੱਲ ਇਹ ਹੈ ਕਿ ਸੀਬੀਆਈ ਦੀ ਪੜਤਾਲ ਹੋਵੇ ਤੇ ਸੀਬੀਆਈ ਦੀ ਪੜਤਾਲ ਦੇ ਵਿੱਚ ਇਹ ਸਾਰਾ ਕੁਝ ਸਾਬਤ ਹੋ ਜਾਏ। ਹੁਣ ਇਹਨੂੰ ਦਾਨੇਵਾਲੀਆ ਸਾਹਿਬ ਜੇ ਇਸ ਸੰਦਰਭ ਨੂੰ ਸਾਰਾ ਕੁਝ ਦੇਖੀਏ ਜੀ, ਪੰਜਾਬ ਦਾ ਇਮਤਿਹਾਨ ਲਿਆ ਜਾ ਰਿਹਾ। ਮੈਂ ਤਾਂ ਬੜੇ ਵਾਰੀ ਆਪਾਂ ਤਾਂ ਇੱਥੇ ਆਪਣੇ ਟਾਕ ਸ਼ੋਅ ਦੇ ਵਿੱਚ ਗੱਲ ਕਹੀ ਹੈ ਕਿ ਇਹਨੂੰ ਤਾਂ ਪ੍ਰਯੋਗਸ਼ਾਲਾ ਬਣਾਇਆ ਹੋਇਆ। ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਸਥਿਤੀ ਕੀ ਹੈ। ਕੱਲ ਵੀ ਆਪਾਂ ਪਰਸੋਂ ਵੀ ਆਪਾਂ ਆਫ ਦੀ ਰਿਕਾਰਡ ਵੀ ਗੱਲਾਂ ਕਰਦੇ ਕਿ ਪੰਜਾਬ ਜਾ ਕਿੱਧਰ ਨੂੰ ਰਿਹਾ। ਜਿਹੜੇ ਪੰਜਾਬ ਨੂੰ ਕਹਿੰਦੇ ਨੇ ਪੰਜਾਬ ਬਸਤਾ ਗੁਰਾਂ ਦੇ ਨਾਂ ਤੇ, ਜਦੋਂ ਉਸ ਪੰਜਾਬ ਦੀ ਪ੍ਰੋਪਰ ਜਿਹੜੀ ਹੈਗੀ ਹੈ ਸੁਣਵਾਈ ਨਾ ਹੋਵੇ ਤੇ ਫਿਰ ਬੇਗਾਨਾਪਨ ਤਾਂ ਆਊਗਾ। ਬੇਗਾਨਾਪਨ ਤਾਂ ਐਡਾ ਅਹਿਸਾਸ ਕਰਾਇਆ ਜਾ ਰਿਹਾ ਢਿੱਲੋਂ ਸਾਹਿਬ, ਅਫਸਰ ਵੀ ਬੇਗਾਨਗੀ ਮਹਿਸੂਸ ਕਰਨ ਲੱਗ ਪਏ ਹੁਣ। ਜਿਹੜੇ ਪੀਸੀਐਸ ਤੇ ਪੀਪੀਐਸ ਅਫਸਰ ਨੇ ਨਾ ਜੀ, ਹਾਂਜੀ, ਉਹ ਆਪਣੇ ਨੂੰ ਹੁਣ ਸੈਕੰਡ ਗ੍ਰੇਡ ਦੇ ਸਿਟੀਜ਼ਨ ਸਮਝਣ ਲੱਗ ਪਏ। ਇੰਨੀ ਬੇਗਾਨਗੀ ਪੈਦਾ ਹੋ ਗਈ ਹੈ। ਬਿਲਕੁਲ 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 ਜੀ। ਗੱਲ ਕਰਕੇ ਦੇਖੋ, ਐਂ ਉੱਚੜਦੇ ਆ ਉਹ, ਬਸ ਤੁਸੀਂ ਨਹੀਂ ਉਹ ਫਿਰ ਇਹੀ ਕਾਰਨ ਹੈ ਨਾ। ਇਹ ਕਾਰਨ ਹੁਣ ਇਹਦੇ ਤੋਂ ਜੇ ਕੱਲ ਨੂੰ ਕੋਈ ਮਤਲਬ ਵੀ ਅਸੀਂ ਲੋਕਾਂ ਨੂੰ ਕਿਵੇਂ ਕਨਵਿੰਸ ਕਰਾਂਗੇ ਕਿ ਤੁਹਾਡੇ ਨਾਲ ਧੱਕਾ ਨਹੀਂ ਹੁੰਦਾ ਜੀ, ਤੇ ਉਹਨਾਂ ਪਰਿਵਾਰਾਂ ਤੇ ਕੀ ਬੀਤਦੀ, ਕਿੰਨਾ ਲੰਬਾ ਸਮਾਂ ਹੋ ਗਿਆ ਜੀ। 91 ਤੋਂ ਲੈ ਕੇ ਹੁਣ ਤੱਕ ਉਹ ਬੰਦੇ ਲੜਾਈ ਲੜਦੇ ਆ ਰਹੇ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਮੇਰਾ ਖਿਆਲ ਹੈ ਵੀ ਇਦੋਂ ਵੱਡਾ ਤਾਂ ਫਿਰ ਕੋਈ ਧੱਕਾ ਹੋ ਨਹੀਂ ਸਕਦਾ। ਅਸੀਂ ਅਦਾਲਤਾਂ ਦੀ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਲੇਕਿਨ ਅਦਾਲਤਾਂ ਨੂੰ ਵੀ ਸੋਚਣਾ ਚਾਹੀਦਾ। ਐਡਾ ਵੀ ਨਾ ਧੱਕਾ ਕਰੋ ਵੀ ਪਹਿਲਾਂ ਬਿਲਕਸ ਬਾਨੋ ਵਾਲੇ ਚ ਉਹਨਾਂ ਨੂੰ ਬਰੀ ਹੋ ਗਏ, ਉਹ ਬਰੀ ਨਹੀਂ ਹੋਏ, ਮਤਲਬ ਬਰੀ ਕਰਨ ਵਾਲਾ ਕੰਮ ਨਹੀਂ ਹੋ ਗਿਆ ਨਾ ਜੀ। ਰਿਹਾ ਕਰਤੇ ਅਦਾਲਤ ਨੇ, ਸਜ਼ਾ ਸੁਣਾਈ ਤੇ ਸਰਕਾਰ ਨੇ ਰਿਹਾ ਕਰਤੇ। ਬਿਲਕੁਲ ਜੀ। ਸੋ ਇਹ ਚੀਜ਼ਾਂ ਨੇ ਢਿੱਲੋਂ ਸਾਹਿਬ, ਜਿੰਨੀ ਦੇਰ ਇਹ ਚੀਜ਼ਾਂ ਨਹੀਂ ਹੋਣਗੀਆਂ ਫਿਰ ਅਸੀਂ ਕਹਿੰਦੇ ਹਾਂ ਕਿ ਡੈਮੋਕ੍ਰੇਸੀ ਇੰਡੀਆ ਦੀ ਲਾਰਜੈਸਟ। ਹਾਂਜੀ ਬਿਲਕੁਲ ਬਿਲਕੁਲ। ਸੋ ਇਹ ਜਿਹੜਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਆ ਰਿਹਾ ਨਾ ਜੀ, ਉਹ ਬੇਗਾਨਗੀ ਵਾਲਾ, ਤੇ ਫਿਰ ਕਹਿੰਦੇ ਹੋ ਕਿ ਤੁਸੀਂ ਖੜੇ ਹੋ ਕੇ ਡਾਂਗ ਨਾ ਕੋ ਬੋਲੋ ਬੰਦੇ ਮਾਤਰਮ, ਬੋਲੋ ਜੈ ਹਿੰਦ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਸੀ ਕੀ ਕੁਛ ਹੋ ਰਿਹਾ ਸੀ ਕਿ ਉਹ ਆਪਾਂ ਮਾਲੀ ਦਾ ਜ਼ਿਕਰ ਕਰਦੇ ਸੀ। ਮਾਲਵਿੰਦਰ ਮਾਲੀ ਹੋਰਾਂ ਨੇ ਇੱਕ ਪੋਸਟ ਪਾਈ ਸੀ, ਮੈਂ ਉਹ ਪੋਸਟ ਪੜ੍ਹ ਰਿਹਾ ਸੀ ਜੀ। ਉਹਦੇ ਵਿੱਚ ਉਹਨਾਂ ਨੇ ਇੱਕ ਜਸਟਿਸ ਮੁਰਲੀਧਰਨ ਦਾ ਜ਼ਿਕਰ ਕੀਤਾ ਹੈ। ਇਹ ਜਸਟਿਸ ਮੁਰਲੀਧਰਨ ਕੌਣ ਹੈ ਜੀ? ਇਹ ਉਹ ਹੈ ਜੀ ਜਿਨ੍ਹਾਂ ਨੇ ਜਦੋਂ ਦਿੱਲੀ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਬਹੁਤ ਤਸ਼ੱਦਦ ਹੋ ਰਿਹਾ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਅੱਗ ਉਗਲੀ ਸੀ ਜੀ, ਪ੍ਰਵੇਸ਼ ਵਰਮਾ ਹੋਰਾਂ ਨੇ, ਅਨੁਰਾਗ ਠਾਕੁਰ ਹੋਰਾਂ ਨੇ, ਜਿਹੜੀ ਅੱਗ ਉਗਲੀ ਸੀ ਤੇ ਉਸ ਉਗਲੀ ਹੋਈ ਅੱਗ ਦਾ ਮਾਮਲਾ ਗਿਆ ਜਾਂ ਜਦੋਂ ਲੋਕਾਂ ਨੂੰ ਜਿਹੜਾ ਹੈਗਾ ਇੰਨਾ ਜ਼ਿਆਦਾ ਪ੍ਰਵੋਕ ਕਰਤਾ ਸੀਗਾ ਕਿ ਉਹ ਜਿਹੜੇ ਜ਼ਖਮੀ ਲੋਕ ਸੀ ਉਹਨਾਂ ਨੂੰ ਦੂਜੇ ਹਸਪਤਾਲ ਦੇ ਵਿੱਚ ਸ਼ਿਫਟ ਨਹੀਂ ਹੋਣ ਦਿੰਦੇ ਸੀ। ਤੇ ਫਿਰ ਤੁਹਾਡੇ ਯਾਦ ਹੋਣਾ ਰਾਤ ਨੂੰ ਅਦਾਲਤ ਲਾਈ ਸੀ। ਅਦਾਲਤ ਲੱਗੀ ਸੀ, ਬਿਲਕੁਲ।
ਅਦਾਲਤ ਲਾ ਕੇ ਰਾਤ ਨੂੰ ਤੇ ਉਹਨਾਂ ਨੇ ਸਮਨ ਕੀਤਾ ਸੀ ਵੀ ਇਹ ਹੋ ਕੀ ਰਿਹਾ ਹੈ। ਹੂੰ ਤੇ ਸਵੇਰੇ ਪੇਸ਼ੀ ਮੰਗ ਲਈ ਸੀ ਪੇਸ਼ੀ ਮੰਗ ਲਈ ਸੀ। ਤੇ ਉਹ ਤੋਂ ਬਾਅਦ ਹੋਇਆ ਕੀ ਸੀ, ਹੂੰ ਉਸ ਜੱਜ ਸਾਹਿਬ ਦਾ ਤਬਾਦਲਾ ਦਿੱਲੀ ਹਾਈ ਕੋਰਟ ਚੋਂ ਪੰਜਾਬ ਕਰਤਾ ਪੰਜਾਬ ਸੀ। ਕਰਤਾ ਸੀ। ਹੁਣ ਜਿਹੜੇ ਕੋਲੋਜੀਅਮ ਵਾਲੀ ਗੱਲ ਹੋਈ ਹੈ, ਹੂੰ ਜਿਨ੍ਹਾਂ ਜੱਜਾਂ ਨੂੰ ਪ੍ਰਮੋਸ਼ਨ ਦੇਣੀ ਹੈ, ਜੀ ਉੱਥੇ ਆਇਆ ਸੀ ਕਿ ਜਿਹੜੀ ਮਦਰਾਸ ਹਾਈ ਕੋਰਟ ਦਾ ਚੀਫ ਜਸਟਿਸ ਉਹਨਾਂ ਨੂੰ ਬਣਾਇਆ ਜਾਵੇ। ਜੀ ਉਹ ਮਦਰਾਸ ਹਾਈ ਕੋਰਟ ਦੇ ਮੇਰੇ ਖਿਆਲ ਉੱਤੇ ਚਲੇ ਗਏ ਸੀ, ਉਹਨਾਂ ਦੀ ਤਰੱਕੀ ਵਾਸਤੇ ਹੂੰ। ਕੋਲੋਜੀਅਮ ਨੇ ਸਿਫਾਰਿਸ਼ ਕਰਤੀ ਸੀ। ਹੂੰ ਬਾਕੀ ਸਿਫਾਰਿਸ਼ਾਂ ਤਾਂ ਮੰਨ ਲਿਆ ਜੀ, ਲੇਕਿਨ ਹੁਣ ਮਾਮਲਾ ਲਟਕਿਆ ਹੋਇਆ ਹੈ ਮਟਕਾ ਕਿ ਜੇ ਕੋਈ ਮਤਲਬ ਹੈ ਹਾਂ ਦਾ ਨਾਰਾ ਵੀ ਮਾਰੂਗਾ ਹੂੰ ਫਿਰ ਉਹਨੂੰ ਵੀ ਉਹਦੀ ਔਕਾਤ ਦਿਖਾ ਦੇ। ਔਕਾਤ ਦਿਖਾਵਾਂਗੇ। ਸੋ ਇਹ ਚੀਜ਼ਾਂ ਨੇ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ। ਮੁਲਾਕਾਤ ਹੁਣ ਹੋਏਗੀ ਸੋਮਵਾਰ ਨੂੰ, ਤੇ ਫਿਲਹਾਲ ਤੁਹਾਡੇ ਤੋਂ ਸੋਮਵਾਰ ਤੱਕ ਇਜਾਜ਼ਤ। ਸ਼ਮਾਦਾਨ